दसता जी, मैं वधिया जी। ये जथेदार साहिब का वखरा अंदाज है। आओ सिंह साहब, क्यों डरते हो? दिल्ली ने तो साड़ी जा रही है। ये जथेदार यानी हरप्रीत सिंह ही ने। प्रेशर तो देखो, प्रेशर तो होंदा ही है, और इन्ने मसले, इन्ने मुद्दे। श्री अकाल तख्त साहिब के साबका जथेदार यानी हरप्रीत सिंह मीडिया दे रूबरू होए तां टोटली रिलैक्स, कोई फिकर फाका नहीं, ना ही किसी तरीके दा कम दा कोई प्रेशर सी, तां सिर्फ हासा अते हासे हासे में शामिल सन बयान। जिन्हां विच सुनेहा भी सी अते सोच भी ते नाल ही सूझ भी। मैं दमदमा साहब की जायदारी तो भी सेवा मुक्त हो गया, मैं तां भी सेवा करते रहांगे। कई सवाल करते सी कि सिंह साहब ਨੂੰ ਉੱਥੋਂ ਇਸਤੀਫਾ ਦੇ ਦੇਣਾ ਚਾਹੀਦਾ, ਉਹਨਾਂ ਨੂੰ ਜ਼ਬਰਦਸਤੀ ਲਾਇਆ। ਲੈ ਲੈਣ ਜੀ, ਆਪਾਂ ਨੂੰ ਕੀ ਫਰਕ ਪੈਂਦਾ, ਉਹਨਾਂ ਦੀ ਖੁਸ਼ੀ ਹੈ ਜੀ। ਮੈਨੂੰ ਕਹਿ ਦੇਣਗੇ ਮੈਂ ਦੇ ਦਾਂਗਾ। ਇੱਕ ਮਿੰਟ ਇਹ ਨਿਡਰਤਾ ਵਾਲਾ ਅੰਦਾਜ਼ ਬਿਲਕੁਲ ਬੇਫਿਕਰੀ ਦੀ ਤਸਵੀਰ ਵਿਖਾ ਰਿਹਾ ਹੈ। ਵਿਦੇਸ਼ ਫੇਰੀ ਤੋਂ ਪਰਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਮੀਡੀਆ ਦੇ ਨਾਲ ਇਹ ਸੰਵਾਦ ਉਦੋਂ ਸੀ ਜਦੋਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦੀ ਸੇਵਾ ਸਵੈ ਇੱਛਾ ਨਾਲ ਛੱਡ ਚੁੱਕੇ ਨੇ। ਅਤੇ ਇਸ ਫੈਸਲੇ ਪਿੱਛੇ ਵਜ੍ਹਾ ਕੀ ਸੀ, ਇਸ ਦਾ ਖੁਲਾਸਾ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ। ਮੈਂ ਨਾ ਜੀ ਇੱਕ ਇੰਗਲੈਂਡ ਦੇ ਵਿੱਚ ਇੰਟਰਵਿਊ 'ਚ ਕਿਹਾ ਸੀ ਕਿ ਮੈਂ ਪ੍ਰੈਸ਼ਰ ਨਹੀਂ ਮੰਨਾਂਗਾ, ਤੇ ਜਿੱਦੇ ਮੇਰੇ ਤੇ ਪ੍ਰੈਸ਼ਰ ਆਇਆ ਮੈਂ ਘਰੇ ਚੱਲ ਜਾਵਾਂਗਾ। ਮੈਂ ਘਰੇ ਚਲਾ ਗਿਆ ਜੀ। ਗਿਆਨੀ ਹਰਪ੍ਰੀਤ ਸਿੰਘ ਇਸ ਪ੍ਰੈਸ਼ਰ ਨੂੰ ਮੀਡੀਆ ਦੇ ਨਾਲ ਹੋਣ ਵਾਲੇ ਸਵਾਲ ਜਵਾਬ ਅਤੇ ਪੰਥ ਦੇ ਨਾਲ ਜੁੜੀਆਂ ਬਾਕੀ ਜ਼ਿੰਮੇਵਾਰੀਆਂ ਨਾਲ ਜੋੜ ਕੇ ਵੇਖ ਰਹੇ ਨੇ। ਪਰ ਇਸ ਪ੍ਰੈਸ਼ਰ ਦਾ ਦਾਇਰਾ ਕੀ ਪੋਲਿਟਿਕਸ ਨੂੰ ਵੀ ਸ਼ਾਮਿਲ ਕਰਦਾ ਹੈ, ਇਹ ਸਵਾਲ ਵੀ ਬਰਕਰਾਰ ਹੈ। ਹਾਲਾਂਕਿ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਲਈ ਨੇਮ ਬਣਨੇ ਚਾਹੀਦੇ ਨੇ, ਇਸ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਹਾਮੀ ਭਰੀ। ਅਸੀਂ ਵੀ 2 ਵਾਰ ਰਮਾਂਡਰ ਸ਼੍ਰੋਮਣੀ ਕਮੇਟੀ ਨੂੰ ਭੇਜਿਆ, ਸੇਵਾ ਮੁਕਤੀ ਦੇ ਔਰ ਸੇਵਾ ਨਿਯੁਕਤੀ ਦੇ ਨਿਯਮ ਜਿਹੜੇ ਆ ਉਹ ਬਣਨੇ ਚਾਹੀਦੇ ਆ, ਔਰ ਪੰਥ ਵੀ ਮੰਗ ਕਰਦਾ। ਪਰ ਜਥੇਦਾਰ ਨੇ ਇਹ ਦਾਅਵਾ ਵੀ ਕੀਤਾ ਕਿ ਗਿਆਨੀ ਰਘਬੀਰ ਸਿੰਘ ਦੇ ਨਾਲ ਉਹਨਾਂ ਦਾ ਸਹਿਯੋਗ ਕਾਇਮ ਰਹੇਗਾ ਅਤੇ ਪੰਥ ਅਤੇ ਕੌਮ ਦੇ ਨਾਲ ਜੁੜੇ ਮਸਲਿਆਂ ਤੇ ਉਹ ਹਮੇਸ਼ਾ ਆਪਣੀ ਗੱਲ ਡਟ ਕੇ ਰੱਖਦੇ ਰਹਿਣਗੇ। ਜਦੋਂ ਗੱਲ ਕੀਤੀ ਹੈ, ਠੋਕੇ ਕੀਤੀ ਹੈ, ਸੰਸਥਾ ਦੀ ਕੀਤੀ ਹੈ, ਪੰਥ ਦੀ ਕੀਤੀ ਹੈ, ਔਰ ਪੰਥਕ ਸੋਚ ਦੀ ਕੀਤੀ ਹੈ, ਔਰ ਇਹ ਹੋਏ ਰਹੇਗੀ। ਔਰ ਮੈਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਦੇ ਹਮੇਸ਼ਾ ਨਾਲ ਰਹੂੰਗਾ। ਮੈਂ ਉਹ ਮੇਰੇ ਮਿੱਤਰ ਨੇ, ਪੂਰਾ ਸਹਿਯੋਗ ਰਹੂਗਾ, ਪੂਰਾ ਸਹਿਯੋਗ ਰਹੂਗਾ, ਆਪਦੀ ਲਿਮਿਟੇਸ਼ਨ ਤੋਂ ਪਰੇ ਜਾ ਕੇ ਸਹਿਯੋਗ ਰਹੂਗਾ। ਸੋ ਕੁੱਲ ਮਿਲਾ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਫ਼ ਐਲਾਨ ਕਰ ਦਿੱਤਾ ਹੈ ਕਿ ਅਹੁਦਾ ਉਹਨਾਂ ਦੇ ਕੋਲ ਰਹੇ ਜਾਂ ਨਾ ਰਹੇ, ਪੰਥ ਦੇ ਹੱਕ ਵਿੱਚ ਬੋਲਣ ਤੋਂ ਕਦੇ ਵੀ ਗੁਰੇਜ਼ ਨਹੀਂ ਕਰਨਗੇ। ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਗੱਲ ਦਬਾਅ ਦੀ ਹੋ ਰਹੀ ਸੀ ਕਿ ਦਬਾਅ ਆਇਆ ਤਾਂ ਦੇਖੋ ਮੈਂ ਛੱਡ ਦਿੱਤਾ ਉਹਦਾ, ਪਰ ਬਹੁਤ ਰਿਲੈਕਸ ਸੀ ਕਿ ਉਹੀ ਦਬਾਅ ਬਿਲਕੁਲ ਸਿਰ ਤੋਂ ਲੱਥ ਜਾਣ ਤੋਂ ਬਾਅਦ ਇਸ ਤਰੀਕੇ ਨਾਲ ਰਿਲੈਕਸ ਗਿਆਨੀ ਹਰਪ੍ਰੀਤ ਸਿੰਘ ਨਜ਼ਰ ਆ ਰਹੇ ਸਨ। ਖੈਰ ਇਸ ਦੇ ਉੱਤੇ ਗੱਲਬਾਤ ਹੋਵੇਗੀ, ਪਰ ਗਿਆਨੀ ਹਰਪ੍ਰੀਤ ਸਿੰਘ ਦੇ ਨਿਸ਼ਾਨੇ ਦੇ ਉੱਤੇ ਵਿਰਸਾ ਸਿੰਘ ਵਲਟੋਹਾ ਵੀ ਰਹੇ। ਵਲਟੋਹਾ ਨੂੰ ਲੈ ਕੇ ਉਹਨਾਂ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾਓ। ਪਹਿਲਾਂ ਤੁਹਾਡੇ ਖਿਲਾਫ ਬਿਆਨਬਾਜ਼ੀ ਕਰਦਾ ਸੀ, ਕੱਲ ਉਹਨੇ ਨਵੇਂ ਸਿੰਘ ਸਾਹਿਬ ਦੇ ਉੱਤੇ ਵੀ ਟਿੱਪਣੀ ਕੀਤੀ ਹੈ। ਕਿਹੜੇ ਅਕਾਲੀ ਲੀਡਰ ਨੇ? ਸਰਦਾਰ ਵਿਰਸਾ ਸਿੰਘ ਵਲਟੋਹਾ ਬਾਰ-ਬਾਰ ਪਹਿਲਾਂ ਤੁਹਾਡੇ ਤੇ ਟਿੱਪਣੀਆਂ ਕਰਦੇ ਸੀ, ਅੱਜ ਕੱਲ ਉਹਨਾਂ ਨੇ ਨਵੇਂ ਸਿੰਘ ਸਾਹਿਬ ਦੇ ਬਾਰੇ ਵਿੱਚ ਵੀ ਟਿੱਪਣੀ ਕੀਤੀ ਹੈ। ਦੇਖੋ ਉਹਨੇ ਮੈਨੂੰ ਕਿਸੇ ਜਾਣਕਾਰੀ ਦਿੱਤੀ ਹੈ ਵੀ ਵਿਰਸਾ ਸਿੰਘ ਵਲਟੋਹੇ ਨੇ ਆਪਣੀ ਇੱਕ ਵਾਲ ਦੇ ਉੱਤੇ ਪਾਇਆ ਕਿ ਜਥੇਦਾਰ ਲਈ ਕਥਾਵਾਚਕ ਗ੍ਰੰਥੀ ਜਾਂ ਮਤਲਬ ਰਾਗੀ ਹੋਣਾ ਜਾਂ ਵਿਦਵਾਨ ਹੋਣਾ ਕੋਈ ਬਹੁਤਾ ਜ਼ਰੂਰੀ ਨਹੀਂ ਹੈ। ਜਥੇਦਾਰ ਨੂੰ ਦਲੇਰ ਹੋਣਾ ਚਾਹੀਦਾ ਹੈ, ਜਥੇਦਾਰ ਨੂੰ ਹਿੰਮਤ ਵਾਲਾ ਹੋਣਾ ਚਾਹੀਦਾ। ਤੇ ਮੈਨੂੰ ਲੱਗਦਾ ਹੈ ਕਿ ਇਸ ਵਕਤ ਵਿਰਸਾ ਸਿੰਘ ਵਲਟੋਹੇ 'ਚ ਦਲੇਰੀ ਹਿੰਮਤ ਬਹੁਤ ਜ਼ਿਆਦਾ ਹੈ। ਤੇ ਮੈਂ ਸ਼੍ਰੋਮਣੀ ਕਮੇਟੀ ਨੂੰ ਕਹੂੰਗਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਬਤੌਰ ਜਥੇਦਾਰ ਸੇਵਾ ਜਿਹੜੀ ਆ ਉਹ ਵਿਰਸਾ ਸਿੰਘ ਵਲਟੋਹੇ ਨੂੰ ਦੇ ਦੇ, ਤੇ ਤਾਂ ਕਿ ਜਿਹੜਾ ਕੋਈ ਉਹਨਾਂ ਨੇ ਕਰਾਉਣਾ ਹੈਗਾ ਕਰਾ ਲੈਣ ਜੀ। ਤਾਂ ਅੱਜ ਇਸ ਮੁੱਦੇ ਉੱਤੇ ਹੀ ਗੱਲਬਾਤ ਹੋਵੇਗੀ ਕਿਉਂਕਿ ਦਬਾਅ ਦਾ ਜ਼ਿਕਰ ਹੋ ਰਿਹਾ ਹੈ ਔਰ ਸਰਮੌਰ ਅਹੁਦੇ ਉੱਤੇ ਸੀ ਪੰਥ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਜਿਨ੍ਹਾਂ ਨੂੰ ਹੁਣ ਬਦਲ ਕੇ ਰਘਬੀਰ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ
ਔਰ ਕਿਹੜਾ ਦਬਾਅ ਸੀ ਜਿਸ ਦੇ ਉੱਤੇ ਫੋਕਸ ਰਹਿਣਾ ਕਿ ਕਿਹੜਾ ਦਬਾਅ ਸੀ ਆਖਿਰ ਜਿਸ ਦੀ ਵਜ੍ਹਾ ਦੇ ਨਾਲ ਅਹੁਦਾ ਛੱਡਣਾ ਪੈ ਗਿਆ, ਕਿ ਵਾਕਈ ਕੋਈ ਦਬਾਅ ਸੀ, ਕਿ ਸਿੱਧੇ ਸ਼ਬਦਾਂ ਦੇ ਵਿੱਚ ਕੋਈ ਪੋਲੀਟੀਕਲ ਦਬਾਅ ਸੀ ਜਾਂ ਫਿਰ ਕਿਸੇ ਹੋਰ ਤਰੀਕੇ ਦਾ ਦਬਾਅ, ਕਿਹੜਾ ਦਬਾਅ ਸੀ ਉਸ ਦੇ ਉੱਤੇ ਗੱਲਬਾਤ ਹੋਵੇਗੀ। ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ। ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ। ਪੀਰ ਮੁਹੰਮਦ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਫੋਨ ਲਾਈਨ ਤੇ ਸਾਡੇ ਨਾਲ ਜੁੜ ਰਹੇ ਨੇ ਪੀਰ ਮੁਹੰਮਦ ਜੀ। ਇਸ ਦੇ ਨਾਲ ਹੀ ਸਾਡੇ ਨਾਲ ਗੁਰਪ੍ਰੀਤ ਸਿੰਘ ਨਿਆਮੀਆ ਜੀ ਜੁੜ ਰਹੇ ਨੇ, ਸੀਨੀਅਰ ਪੱਤਰਕਾਰ ਨੇ। ਨਿਆਮੀਆ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੀ। ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਤਰਵਿੰਦਰ ਸਿੰਘ ਬੁੱਟਰ ਜੀ ਜੁੜਨਗੇ, ਸਿੱਖ ਬੁੱਧੀਜੀਵੀ, ਉਹਨਾਂ ਦਾ ਵੀ ਅਸੀਂ ਰੁਖ ਕਰਾਂਗੇ। ਮੈਂ ਸ਼ੁਰੂਆਤ ਕਰਦਾ ਅੱਜ ਦੀ ਚਰਚਾ ਦੀ। ਸਭ ਤੋਂ ਪਹਿਲਾਂ ਪੀਰ ਮੁਹੰਮਦ ਸਾਹਿਬ ਤੁਹਾਡੇ ਤੋਂ ਸ਼ੁਰੂਆਤ। ਦਬਾਅ ਦਾ ਜਦੋਂ ਜ਼ਿਕਰ ਹੋਇਆ ਨਾ ਜਥੇਦਾਰ ਸਾਹਿਬ ਦੀ ਇਸ ਜ਼ੁਬਾਨ ਤੋਂ, ਤਾਂ ਉਹ ਸਿੱਧੀ ਉਂਗਲ ਤੁਹਾਡੇ ਵਾਲੇ ਪਾਸੇ ਆ ਕੇ ਖੜੀ ਹੋ ਗਈ, ਅਕਾਲੀ ਦਲ ਵਾਲੇ ਪਾਸੇ। ਕਿ ਦਬਾਅ ਪੋਲੀਟੀਕਲ ਤੌਰ ਦੇ ਉੱਤੇ ਸਮਝਦੇ ਹੋ ਜਾਂ ਫਿਰ ਜਥੇਦਾਰ ਸਾਹਿਬ ਤੇ ਕਿਹੜਾ ਦਬਾਅ ਸੀ? ਅਕਾਲੀ ਦਲ ਇਸ ਬਿਆਨ ਨੂੰ ਕਿਵੇਂ ਦੇਖ ਰਿਹਾ ਹੈ? ਦੇਖੋ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦਾ ਜੋ ਅਹੁਦਾ ਹੈ ਉਹ ਸਿੱਖ ਕੌਮ ਲਈ ਤੇ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਹੀ ਅਹਿਮ ਤੇ ਬੜਾ ਸਤਿਕਾਰਯੋਗ ਅਹੁਦਾ ਹੈ ਜੀ। ਦੁਨੀਆ ਭਰ ਦੇ ਵਿੱਚ ਵਸਦੀ ਸਿੱਖ ਕੌਮ ਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਮੁੱਖ ਰੱਖ ਕੇ ਜਦੋਂ ਵੀ ਕੋਈ ਸਿੱਖ ਗੱਲ ਕਰਦਾ ਹੈ ਤਾਂ ਉਹ ਹਮੇਸ਼ਾ ਨਿਮਰਤਾ ਦੇ ਨਾਲ ਗੱਲ ਕਰਦਾ। ਇਸ ਕਰਕੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਦੀਆਂ ਕਈਆਂ ਗੱਲਾਂ ਦਾ ਬੇਹੱਦ ਸਤਿਕਾਰ ਕਰਦੇ ਹਾਂ। ਔਰ ਜਿੱਥੋਂ ਤੱਕ ਉਹਨਾਂ ਨੇ ਬੋਝ ਦੀ ਗੱਲ ਕਹੀਏ, ਇਹ ਤਾਂ ਉਹ ਹੀ ਦੱਸ ਸਕਦੇ ਆ, ਪਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਬੋਝ ਸੀ। ਔਰ ਉਹ ਪੰਥ ਦੀਆਂ ਸੇਵਾਵਾਂ ਉਹਨਾਂ ਨੇ ਬੜੀਆਂ ਵਧੀਆ ਕੀਤੀਆਂ ਨੇ। ਅੱਜ ਵੀ ਅਸੀਂ ਉਹਨਾਂ ਨੂੰ ਮਿਲੇ ਆ, ਉਹਨਾਂ ਨੂੰ ਸਤਿਕਾਰ ਕੀਤਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰੋਪਾ ਉਹ ਵੀ ਜੋ ਗੁਰੂ ਘਰ ਵੱਲੋਂ ਬਖਸ਼ਿਆ ਜਾਂਦਾ ਉਹ ਅਸੀਂ ਦੇ ਕੇ ਆਏ ਆ। ਔਰ ਸਮੇਂ-ਸਮੇਂ ਉਹਨਾਂ ਨੂੰ ਨੇੜਿਓਂ ਜਿਵੇਂ ਮੈਂ ਤੱਕਿਆ, ਉਹ ਦੇਖੋ ਆਪਣਾ ਹਰ ਇਨਸਾਨ ਦਾ ਇੱਕ ਆਪਣਾ ਹੁੰਦਾ ਹੈ ਢੰਗ ਤਰੀਕਾ। ਸੋ ਉਹਨਾਂ ਦਾ ਅੰਦਾਜ਼ ਹੈ ਆਪਣਾ, ਉਹ ਆਪਣੇ ਅੰਦਾਜ਼ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਨੇ ਉਹ ਮੀਡੀਆ ਦੇ ਵਿੱਚ ਵੀ ਕਰ ਜਾਂਦੇ ਨੇ। ਲੇਕਿਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਪੰਥਕ ਜਥੇਬੰਦੀਆਂ ਨੇ, ਨਿਹੰਗ ਸਿੰਘ ਜਥੇਬੰਦੀਆਂ ਨੇ, ਦਮਦਮੀ ਟਕਸਾਲ ਹੈ, ਆਲ ਇੰਡੀਆ ਬੁੱਧੀ, ਸਾਰਿਆਂ ਦੇ ਵਿੱਚ ਹੀ ਉਹਨਾਂ ਦਾ ਸਤਿਕਾਰ ਹੈ। ਬਿਲਕੁਲ। ਇਸ ਕਰਕੇ ਮੀਡੀਆ ਦੇ ਵਿੱਚ ਤੁਸੀਂ ਦੇਖੋ ਕਿ ਮੈਂ ਉੱਥੇ ਮੌਜੂਦ ਹੀ ਸੀ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਸੀ, ਤਾਂ ਕੁਝ ਗੱਲਾਂ ਜਿਹੜੀਆਂ ਨੇ ਜਿਵੇਂ ਆਪਾਂ ਮੀਡੀਆ ਦੇ ਵਿੱਚ ਆਪਾਂ ਆਫ ਦਾ ਰਿਕਾਰਡ ਗੱਲਾਂ ਕਰਦੇ ਹਾਂ, ਤਾਂ ਉਹ ਕਿਉਂਕਿ ਬਹੁਤ ਸਾਰੇ ਮੀਡੀਆ ਦੇ ਨਾਲ ਉਹਨਾਂ ਦੇ ਬੜੀ ਨੇੜਤਾ ਵੀ ਹੈ, ਤਾਂ ਉਹਨਾਂ ਨੇ ਕੁਝ ਗੱਲਾਂ ਜਿਹੜੀਆਂ ਹਲਕੇ ਫੁਲਕੇ ਜਿਵੇਂ ਆਪਾਂ ਗੱਲ ਕਰਦੇ ਆ ਉਹਨਾਂ ਨੇ ਕੀਤੀਆਂ ਨੇ। ਲੇਕਿਨ ਉਹਨੂੰ ਇੱਕ ਮੁੱਦਾ ਬਣਾ ਕੇ ਪੇਸ਼ ਕੀਤਾ ਜਾਣਾ, ਮੈਂ ਕਹਿੰਦਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਕਿਉਂਕਿ ਉਹਨਾਂ ਨੇ ਇੱਕ ਇਹਨੂੰ ਦੂਸਰੇ ਪਾਸੇ ਦੇਖਿਆ ਜਾਵੇ ਕਿ ਮੀਡੀਆ ਜਿਸ ਤਰ੍ਹਾਂ ਦੀਆਂ ਖਬਰਾਂ ਲਾਉਂਦਾ ਸੀ ਕਿ ਜਥੇਦਾਰ ਸਾਹਿਬ ਨੇ ਅੱਜ ਆਹ ਬਿਆਨ ਦਿੱਤਾ, ਜਥੇਦਾਰ ਸਾਹਿਬ ਨੇ ਅੱਜ ਆਹ ਬਿਆਨ ਦਿੱਤਾ, ਉਹਦੇ ਅਲੱਗ-ਅਲੱਗ ਕੱਢੇ। ਉਹਨਾਂ ਨੇ ਕਿਹਾ ਕਿ ਤੁਸੀਂ ਦੇਖੋ ਕਿ ਤੁਸੀਂ ਸਮੇਂ ਸਵਾਲ ਕਰਦੇ ਰਹੇ ਹੋ। ਅੱਜ ਮੈਂ ਸਾਰੀਆਂ ਗੱਲਾਂ ਤੋਂ ਬਿਲਕੁਲ ਮੁਕਤ ਹਾਂ। ਤੇ ਹੁਣ ਸਿੰਘ ਸਾਹਿਬ ਕਹਿੰਦੇ ਮੈਂ ਥੋੜਾ ਜਿਹਾ ਹੋਰ ਐਲੈਬੋਰੇਟ ਕਰ ਦਿੰਦਾ ਪੀਰ ਮੁਹੰਮਦ ਜੀ, ਮੈਂ ਉਸ ਤੋਂ ਬਾਅਦ ਨਿਆਮੀਆ ਸਾਹਿਬ ਦਾ ਰੁਖ ਕਰਾਂਗਾ। ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਕਿ ਮੀਡੀਆ ਦੇ ਨਾਲ ਕਈ ਵਾਰ ਆਫ ਦਾ ਰਿਕਾਰਡ ਗੱਲਾਂ ਹੋ ਰਹੀਆਂ ਹੁੰਦੀਆਂ ਨੇ, ਉਵੇਂ ਤਾਂ ਨਹੀਂ ਸੀ। ਜੇ ਤੁਸੀਂ ਪੂਰਾ ਬਿਆਨ ਸੁਣੋ ਉਹਨਾਂ ਦਾ, ਸ਼ੁਰੂਆਤ ਦੇ ਵਿੱਚ ਉਹਨਾਂ ਨੇ ਇਹ ਜ਼ਿਕਰ ਕੀਤਾ ਕਿ ਮੇਰੇ ਉੱਤੇ ਪ੍ਰੈਸ਼ਰ ਆਇਆ। ਉਸ ਤੋਂ ਬਾਅਦ ਜਦੋਂ ਅੱਗੇ ਸਵਾਲ ਜਵਾਬ ਪੱਤਰਕਾਰਾਂ ਦੇ ਨਾਲ ਹੋ ਰਹੇ ਸੀ, ਕੈਮਰੇ ਔਨ ਸੀ, ਉਸ ਸਮੇਂ ਉਹਨਾਂ ਨੇ ਕਿਹਾ ਕਿ ਦੇਖੋ ਮੈਂ ਇੰਗਲੈਂਡ ਦੇ ਵਿੱਚ ਇੱਕ ਇੰਟਰਵਿਊ ਦਿੱਤੀ ਤੇ ਮੈਂ ਉੱਥੇ ਕਹਿ ਦਿੱਤਾ ਸੀ ਕਿ ਜਦੋਂ ਮੈਨੂੰ ਦਬਾਅ ਮਹਿਸੂਸ ਹੋਇਆ ਮੈਂ ਛੱਡ ਦੇਣਾ, ਤਾਂ ਮੈਂ ਛੱਡ ਦਿੱਤਾ। ਮਤਲਬ ਦਬਾਅ ਮਹਿਸੂਸ ਹੋਇਆ ਨਾ। ਤੇ ਦੂਜਾ ਪੁਆਇੰਟ ਤੁਸੀਂ ਇਹ ਵੀ ਇੱਕ ਬਹੁਤ ਇੰਪੋਰਟੈਂਟ ਗੱਲ ਕਹੀ ਹੈ ਤੁਸੀਂ ਕਿ ਹਰ ਕਿਸੇ ਦਾ ਆਪਣਾ ਸੁਭਾਅ ਹੁੰਦਾ ਹੈ ਤੇ ਉਹਨਾਂ ਦਾ ਸੁਭਾਅ ਹੈ ਕਿ ਉਹ ਸਿੱਧਾ ਗੱਲ ਕਰ ਦਿੰਦੇ ਨੇ। ਤਾਂ ਕੀ ਇਹ ਗੱਲ ਕਰਨ ਵਾਲਾ ਤਰੀਕਾ ਜਾਂ ਸੁਭਾਅ ਹੀ ਉਹਨਾਂ ਦੀ ਕੁਰਸੀ ਜਾਣ ਦੀ ਵਜ੍ਹਾ ਬਣ ਗਿਆ? ਦੇਖੋ, ਗੱਲ ਇਹ ਆ ਕਿ ਸਿੱਖ ਕੌਮ ਹੈ, ਸਿੱਖ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਮਸਲਿਆਂ ਦੇ ਉੱਤੇ ਜੇ ਆਪਾਂ ਕਹੀਏ ਕਿ ਇੱਕਦਮ ਕੋਈ ਹੱਲ ਕੱਢ ਲਿਆ ਜਾਵੇ ਤਾਂ ਉਹ ਨਹੀਂ ਨਿਕਲ ਸਕਦਾ। ਉਹਦੇ ਲਈ ਦੇ ਮਾਮਲੇ ਨੇ ਔਰ ਉਸ ਦੇ ਵਿੱਚ ਬਹੁਤ ਸਾਰੀਆਂ ਧਾਰਾਵਾਂ ਨੇ, ਹਮੇਸ਼ਾ ਚਰਚਾ ਬਣੀ ਰਹਿੰਦੀ ਹੈ। ਸੋ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਜੋ ਵੀ ਉਹ ਚੰਗਾ ਕਰ ਸਕਦੇ ਉਹਨਾਂ ਨੇ ਕੀਤਾ ਹੈ। ਤੇ ਅਕਸਰ ਹੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੇਰੇ ਨਾਲ ਉਹਨਾਂ ਦੀ ਵਿਚਾਰ ਚਰਚਾ ਹੁੰਦੀ ਰਹਿੰਦੀ ਸੀ, ਤਾਂ ਇਹਦਾ ਉਹਨਾਂ ਨੇ ਕਈ ਵਾਰੀ ਗੱਲ ਕਹੀ ਸੀ ਕਿ ਕਰਨੈਲ ਸਿੰਘ ਜੀ, ਮੈਂ 5 ਸਾਲ ਦੇ ਕਰੀਬ ਸੇਵਾਵਾਂ ਆਪਣੀਆਂ ਜਿਹੜੀਆਂ ਦੇ ਚੁੱਕਾ
ਤੇ ਮੈਂ ਚਾਹਣਾ ਕਿ ਮੈਂ ਆਪਣੇ ਜਿਹੜਾ ਸੇਵਾ ਮੁਕਤ ਹੋਣਾ ਚਾਹਣਾ। ਸੋ ਜਿਸ ਦਿਨ ਉਹ ਆਸਟ੍ਰੇਲੀਆ ਦੇ ਦੌਰੇ ਤੇ ਗਏ ਸੀ ਉਸ ਦਿਨ ਵੀ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ, ਤਾਂ ਉਸ ਦਿਨ ਵੀ ਉਹਨਾਂ ਨੇ ਗੱਲ ਕਹੀ ਸੀ ਕਿ ਮੈਂ ਅੱਜ ਜਿਹੜੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਉਹਨਾਂ ਦੇ ਜਿਹੜੇ ਆਪਣੇ ਸਕੱਤਰ ਨੇ ਉਹਨਾਂ ਨੂੰ ਬੁਲਾ ਕੇ ਮੈਂ ਗੱਲ ਕਹੀ ਹੈ ਕਿ ਮੈਂ ਸੇਵਾਵਾਂ ਤੋਂ ਮੁਕਤ ਹੋਣਾ ਚਾਹੁੰਦਾ। ਇਸੇ ਕਰਕੇ ਧਾਮੀ ਸਾਹਿਬ ਜਿਹੜੇ ਆ ਬੜੇ ਸੱਚੇ ਸੁੱਚੇ ਸੋਚ ਵਾਲੇ ਇਨਸਾਨ ਨੇ। ਫੈਡਰੇਸ਼ਨ ਦੇ ਵਿੱਚ ਉਹਨਾਂ ਨੇ ਬੜੀਆਂ ਵੱਡੀਆਂ ਸੇਵਾਵਾਂ ਦਿੱਤੀਆਂ ਨੇ ਤੇ ਹਮੇਸ਼ਾ ਪੰਥ ਪ੍ਰਸਤੀ ਦਾ ਲੜ ਉਹਨਾਂ ਨੇ ਛੱਡਿਆ ਨਹੀਂ। ਨਾ ਉਹਨਾਂ ਨੇ ਕਦੀ ਇਹ ਗੱਲ ਝੂਠ ਮਾਰਿਆ, ਨਾ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਲੈ ਵੀ ਕੋਈ, ਤੇ ਨਾ ਸਿੰਘ ਸਾਹਿਬ ਜੀ ਇਹ ਗੱਲ ਕਹਿ ਰਹੇ ਨੇ। ਇਹ ਬਿਲਕੁਲ ਉਹਨਾਂ ਦੀ ਆਪਣੀ ਸਵੇ ਇੱਛਾ ਸੀ ਜਿਹੜੀ ਉਹਨਾਂ ਨੇ ਅਸਤੀਫਾ ਦਿੱਤਾ। ਠੀਕ ਹੈ, ਚਲੋ ਮੈਂ ਤੁਹਾਡੇ ਕੋਲ ਵਾਪਸ ਆਉਣਾ। ਸਵੈ ਇੱਛਾ ਸੀ, ਤੁਸੀਂ ਤਾਂ ਡਾਇਰੈਕਟਲੀ ਕਹਿ ਰਹੇ ਹੋ। ਨਿਆਮੀਆਂ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ। ਅੱਜ ਅਸੀਂ ਪੋਲੀਟੀਕਲ ਜਿਹੜੇ ਆਗੂ ਨੇ, ਲੀਡਰਸ ਨੇ, ਉਹਨਾਂ ਨੂੰ ਨਹੀਂ ਸੱਦਿਆ ਕਿਉਂਕਿ ਫਿਰ ਹੋਰ ਪੋਲੀਟੀਕਲ ਪਾਰਟੀਆਂ ਦੇ ਵਿਚਾਲੇ ਆਉਣ ਨਾਲ ਕਈ ਵਾਰ ਮੁੱਦਾ ਵੀ ਡੀਰੇਲ ਹੋ ਜਾਂਦਾ ਹੈ। ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੰਥ ਦੇ ਨਾਲ ਜੁੜੇ ਹੋਏ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਹੀ ਅੱਜ ਦੀ ਚਰਚਾ ਸ਼ਾਮਲ ਕੀਤਾ ਜਾਵੇ। ਨਿਆਮੀਆਂ ਸਾਹਿਬ, ਇਹ ਤੁਹਾਨੂੰ ਮੁੱਦਾ ਲੱਗ ਰਿਹਾ ਹੈ ਜਾਂ ਤੁਹਾਨੂੰ ਵੀ ਲੱਗਦਾ ਕਿ ਮੁੱਦਾ ਬਣਾ ਦਿੱਤਾ ਗਿਆ? ਜਦੋਂ ਜਥੇਦਾਰ ਸਾਹਿਬ ਕਹਿਣ, ਬੇਸ਼ੱਕ ਉਹ ਸਾਬਕਾ ਨੇ ਪਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਤਾਂ ਹੁਣ ਵੀ ਹੈਗੇ ਨੇ, ਜਦੋਂ ਜਥੇਦਾਰ ਸਾਹਿਬ ਕਹਿਣ ਕਿ ਮੈਂ ਦਬਾਅ ਮਹਿਸੂਸ ਕੀਤਾ ਤੇ ਫਿਰ ਮੈਂ ਛੱਡ ਦਿੱਤਾ, ਚਲਾ ਗਿਆ। ਦੇਖੋ ਗੌਰਵ ਜੀ, ਇਹ ਗੱਲ ਬਿਲਕੁਲ ਸੱਚ ਹੈ ਕਿ ਅਕਾਲ ਤਖਤ ਸਾਹਿਬ ਹੀ ਨਹੀਂ, ਆਪਣੇ ਜਿਹੜੇ ਪੰਜਾਬ ਦੇ ਤਿੰਨੋਂ ਤਖਤ ਨੇ ਜਿਨ੍ਹਾਂ ਦੀ ਨਿਯੁਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਜੀ, ਉਹਨਾਂ ਤੇ ਦਬਾਅ ਤਾਂ ਹੁੰਦਾ ਹੈ। ਦਬਾਅ ਪੂਰਾ ਹੁੰਦਾ ਹੈ ਤੇ ਜਿਹੜਾ ਬੰਦਾ ਆਪਣੀ ਇੱਜ਼ਤ ਤੇ ਅਣਖ ਨਾਲ ਜਿੰਨਾ ਚਿਰ ਤੱਕ ਉਹ ਦਬਾਅ ਝੱਲ ਸਕਦਾ ਚੱਲਦਾ ਹੈ ਜੀ, ਉਹਨਾਂ ਚਿਰ ਉਹ ਬਣਿਆ ਰਹਿੰਦਾ ਹੈ। ਤੇ ਜਦੋਂ ਲੱਗਦਾ ਕਿ ਮੇਰੇ ਤੇ ਇੰਨਾ ਦਬਾਅ ਪੈ ਗਿਆ, ਮੈਂ ਹੁਣ ਆਪਣੀ ਅਣਖ ਕਾਇਮ ਨਹੀਂ ਰੱਖ ਸਕਦਾ, ਕਿਉਂਕਿ ਇਹ ਗੱਲ ਹੁਣ ਲੁਕੀ ਛਿਪੀ ਨਹੀਂ ਰਹੀ। ਸ਼੍ਰੋਮਣੀ ਹੁਣ ਜਥੇਦਾਰ ਮੇਰੇ ਵੀਰ ਜੀ ਕਹਿ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਦਾ ਅਥਾਹ ਸਤਿਕਾਰ ਕਰਦੀ ਹੈ, ਪਰ ਮੈਨੂੰ ਲੱਗਦਾ ਕਿ ਇਹਨਾਂ ਦੋਹਾਂ ਤੋਂ ਬਿਨਾਂ ਬਾਕੀ ਦੁਨੀਆ ਪੂਰਾ ਸਤਿਕਾਰ ਕਰਦੀ ਹੈ। ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨ ਦੇ ਵਿੱਚ ਅਕਾਲ ਤਖਤ ਜਥੇਦਾਰ ਦੇ ਮਨ ਦੇ ਪ੍ਰਤੀ ਸਤਿਕਾਰ ਹੋਵੇ ਤਾਂ ਕੀ ਇਸ ਤਰ੍ਹਾਂ ਰੁਖਸਤ ਕੀਤੇ ਜਾਣ ਜਿਵੇਂ ਕੋਈ ਚਪੜਾਸੀ ਵੀ ਨਹੀਂ ਕੀਤਾ ਜਾਂਦਾ? ਇੱਕ ਪਾਸੇ ਅਸੀਂ ਕਹਿੰਦੇ ਹਾਂ ਸਾਡੀ ਕੌਮ ਦੇ ਰਹਿਨੁਮਾ ਨੇ, ਅਸੀਂ ਉਹਨਾਂ ਦੀ ਗੱਲਬਾਤ ਮੰਨਣ ਲਈ ਹਰੇਕ ਸਿੱਖ ਪਾਬੰਦ ਹੈ, ਪਰ ਜਦੋਂ ਉਹਨਾਂ ਨੂੰ ਬਣਾਇਆ ਜਾਂਦਾ, ਜਿਵੇਂ ਅੱਜ ਜਥੇਦਾਰ ਸਾਹਿਬ ਨੇ ਉਹਨਾਂ ਦੀ ਤਾਜਪੋਸ਼ੀ ਹੋਈ ਹੈ ਜਾਂ ਕਹਿ ਦਿਓ ਉਹਦਾ ਸੰਭਾਲਿਆ, ਕਿਵੇਂ ਚਾਵਾਂ ਨਾਲ ਫੁੱਲਾਂ ਨਾਲ ਲੱਦ ਕੇ ਉਹਨਾਂ ਨੂੰ ਜਥੇਦਾਰੀ ਸੌਂਪੀ ਗਈ ਹੈ। ਪਰੰਤੂ ਜਦ ਕੋਈ ਜਥੇਦਾਰ ਇੱਥੋਂ ਰੁਖਸਤ ਹੁੰਦਾ ਹੈ, ਉਹ ਜਿਵੇਂ ਕਿਸੇ ਦਫ਼ਤਰ ਦੇ ਵਿੱਚ ਜੇ ਕੋਈ ਚਪੜਾਸੀ ਲੱਗਿਆ ਹੋਇਆ ਨਾ, ਉਹਨੂੰ ਜਦੋਂ ਰੁਖਸਤ ਕਰਦੇ ਨੇ ਉਹਨੂੰ ਵੀ ਫੁੱਲਾਂ ਵਾਲੀ ਕਾਰ 'ਚ ਬਿਠਾ ਕੇ ਲੈ ਕੇ ਜਾਂਦੇ ਨੇ। ਪਰ ਇੱਥੇ ਤਾਂ ਸਿਰਫ ਇੱਕ ਹੁਕਮ ਹੁੰਦਾ ਕਿ ਇਹਨਾਂ ਨੂੰ ਹਟਾਓ, ਦੂਆ ਲਾਓ। ਇਸ ਕਰਕੇ ਇਹ ਕਹਿਣਾ ਮੈਂ ਨਹੀਂ ਇਹ ਗੱਲ ਮੰਨਦਾ ਕਿ ਬਹੁਤ ਸਤਿਕਾਰ ਹੈ, ਮੈਨੂੰ ਨਹੀਂ ਲੱਗਦਾ ਸਤਿਕਾਰ ਹੈ, ਕਿਉਂਕਿ ਜੇ ਸਤਿਕਾਰ ਹੋਵੇ ਤਾਂ ਜੀ ਉਹਨਾਂ ਦਾ ਸਤਿਕਾਰ ਬਰਕਰਾਰ ਰੱਖਿਆ ਜਾਵੇ। ਜਥੇਦਾਰ ਨੇ ਕਿਹਾ, ਦੋ ਗੱਲਾਂ ਕਹੀਆਂ, ਇੱਕ ਤਾਂ ਕਿਹਾ ਆਪਣਾ ਚੈਨਲ ਬਣਾਓ, ਉਹ ਨਹੀਂ ਮੰਨੀ ਗਈ। ਦੂਸਰੀ ਗੱਲ ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਹਟਾਉਣ ਦਾ ਅਤੇ ਲਗਾਉਣ ਦਾ ਕੋਈ ਵਿਧੀ ਵਿਧਾਨ ਬਣਾਇਆ ਜਾਵੇ, ਦੋਵੇਂ ਗੱਲਾਂ ਮੰਨੀਆਂ। ਜੇ ਸਤਿਕਾਰ ਹੁੰਦਾ ਤਾਂ ਕੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਉਹਨਾਂ ਦੀ ਗੱਲ ਮੰਨਦੀ ਨਾ? ਨਿਆਮੀਆਂ ਸਾਹਿਬ, ਮੈਂ ਇਸੇ ਪੁਆਇੰਟ ਦੇ ਉੱਤੇ ਤੁਹਾਡੇ ਕੋਲ ਵਾਪਸ ਆਵਾਂਗਾ। ਮੈਂ ਥੋੜਾ ਜਿਹਾ ਤੁਹਾਨੂੰ ਵਿਚਾਲੇ ਰੋਕ ਰਿਹਾ। ਸਾਡੇ ਨਾਲ ਬੀਬੀ ਜਗੀਰ ਕੌਰ ਜੀ ਜੁੜ ਰਹੇ ਨੇ, ਐਸਜੀਪੀਸੀ ਦੇ ਸਾਬਕਾ ਪ੍ਰਧਾਨ ਨੇ। ਬੀਬੀ ਜਗੀਰ ਕੌਰ ਜੀ, ਬਹੁਤ ਬਹੁਤ ਸਵਾਗਤ ਹੈ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਸਟੇਟਮੈਂਟ, ਬਿਆਨ ਤੁਸੀਂ ਸੁਣਿਆ ਹੋਵੇਗਾ। ਉਹ ਕਹਿੰਦੇ ਕਿ ਦਬਾਅ ਮੇਰੇ ਉੱਪਰ ਆਇਆ ਤਾਂ ਫਿਰ ਮੈਂ ਛੱਡ ਦਿੱਤਾ। ਤੁਹਾਡੀ ਨਜ਼ਰ ਦੇ ਨਾਲ ਇਹ ਦਬਾਅ ਕਿਸ ਦੀ ਗੱਲ ਕਰ ਰਹੇ ਨੇ? ਕੋਈ ਪੋਲੀਟੀਕਲ ਪ੍ਰੈਸ਼ਰ ਜਾਂ ਕਿਸ ਦਾ ਦਬਾਅ ਉਹਨਾਂ ਦੇ ਉੱਤੇ ਆਇਆ ਹੋ ਸਕਦਾ ਹੈ ਜਾਂ ਹੋਏਗਾ? ਦੇਖੋ, ਪ੍ਰੈਸ਼ਰ ਤੇ ਸਾਰੇ ਪਾਸੇ ਹੁੰਦੇ ਹੀ ਹੈ। ਜਦੋਂ ਉਹਨਾਂ ਨੇ ਮਹਿਸੂਸ ਕੀਤਾ ਕਿ ਮੈਂ ਜਿਹੜੇ ਵੀ ਕੋਈ ਕੰਮ ਨੂੰ ਕਹਿਣਾ ਹੈਗਾ ਤੇ ਉਹ ਕਰਦੇ ਨਹੀਂ ਪਏ ਜੀ, ਤਾਂ ਮਤਲਬ ਕਿ ਜੇ ਮੇਰੀ ਗੱਲ ਸੁਣੀ ਨਹੀਂ ਜਾਣੀ ਜਾਂ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਵੀ ਮੰਨੇ ਨਹੀਂ ਜਾਣੇ ਤਾਂ ਫਿਰ ਫਾਇਦਾ ਕੀ ਹੁੰਦਾ? ਖੈਰ, ਉਹਨਾਂ ਨੇ ਪਹਿਲਾਂ ਤੇ ਆਪ ਚਲੋ ਉਹਨਾਂ ਨੂੰ ਕਹਿਣਾ ਪੈ ਰਿਹਾ ਵੀ ਸਵੈ ਇੱਛਾ ਨਾਲ ਮੈਂ ਛੱਡਿਆ, ਪਰ ਦੇਖਿਆ ਜਾਵੇ ਤੇ ਸਵੈ ਇੱਛਾ ਮੰਨੀ ਕਦੀ ਕਿਸੇ ਨੇ ਕਿਹੜੀ ਹੈਗੀ ਹੈ ਜੀ। ਉਹਨਾਂ ਨੇ ਠੀਕ ਹੈ, ਹੋਰ ਉਹ ਕੀ ਕਹਿਣਗੇ? ਉਹਨਾਂ ਨੂੰ ਤਾਂ ਪੁੱਛਿਆ ਨਹੀਂ ਗਿਆ।
ਜਦੋਂ ਫਾਰਗ ਕਰਨਾ ਸੀਗਾ ਉਹ ਤੇ ਪੁੱਛਿਆ ਨਹੀਂ ਉਹਨਾਂ ਨੂੰ ਜੀ। ਉੱਥੇ ਇਹਨਾਂ ਨੇ ਕਰਕੇ ਫਿਰ ਉਹ ਜਦੋਂ ਉਹਨਾਂ ਨੂੰ ਉੱਥੇ ਹੁਣ ਸੇਵਾ ਦਮਦਮਾ ਸਾਹਿਬ ਦੀ ਕਰਦੇ ਪਏ ਹੈ, ਹੁਣ ਉਹ ਕੀ ਕਹਿਣਗੇ? ਜੇ ਉਹਨਾਂ ਨੇ ਪੀਟੀਸੀ ਦੇ ਚੈਨਲ ਦੇ ਸੰਬੰਧ ਵਿੱਚ ਕਿਹਾ ਸੀਗਾ ਵੀ ਦੇਸ਼ ਤਿਆਰੀ ਕੀਤੇ, ਉਹ ਨਹੀਂ ਮੰਨਣਗੇ। ਜੇ ਉਹਨਾਂ ਨੇ ਕਿਹਾ ਕਿ ਇਹ ਪਾਰਟੀ ਜਿਹੜੀ ਹੈ ਹੁਣ ਸਿਰ ਜੋੜ ਕੇ ਬੈਠ ਕੇ ਕੋਈ ਵਿਚਾਰਾਂ ਕਰੇ, ਉਹ ਨਹੀਂ ਮੰਨੀਆਂ ਸੀਗੀਆਂ। ਕੋਈ ਵੀ ਗੱਲ ਆਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਜਿਹਦੇ ਪ੍ਰਵਾਹ ਨਹੀਂ ਕੀਤੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਹੀਂ ਪ੍ਰਵਾਹ ਕਰ ਰਹੇ, ਫਿਰ ਉੱਥੇ ਫਾਇਦਾ ਕੀ ਹੁੰਦਾ ਕੰਮ ਕਰਦਾ? ਠੀਕ ਹੈ, ਮਤਲਬ ਤੁਹਾਨੂੰ ਲੱਗਦਾ ਕਿ ਇਹ ਦਬਾਅ ਜਾਂ ਕਹੀਏ ਕਿ ਜਿਹੜਾ ਅਹੁਦਾ ਛੱਡਣ ਦੀ ਵਜ੍ਹਾ ਤੁਹਾਡੀ ਨਜ਼ਰ ਦੇ ਨਾਲ ਇਹ ਹੈ ਕਿ ਉਹਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ ਸੀ, ਮੰਨੀ ਨਹੀਂ ਜਾ ਰਹੀ ਸੀ, ਇੱਕ ਨਾਰਾਜ਼ਗੀ ਉਹਨਾਂ ਦੀ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਅਹੁਦਾ ਛੱਡਿਆ। ਉਹਦਾ ਤੇ ਜੀ ਇਹਨਾਂ ਨੇ ਆਪ ਹੀ ਐਗਜ਼ੈਕਟਿਵ ਚ ਪਾਸ ਕਰਕੇ ਕੀਤਾ। ਇਹ ਕਹਿੰਦੇ ਸਵੈ ਇੱਛਾ ਦੇ ਨਾਲ ਛੱਡਿਆ ਉਹਦਾ। ਚਲੋ ਚੰਗੀ ਗੱਲ ਹੈ ਜੀ, ਹੁਣ ਕਹਿਣਾ ਚਾਹੀਦਾ ਉਹਨਾਂ ਨੂੰ ਇਹੋ ਹੀ। ਤੁਹਾਨੂੰ ਲੱਗਦਾ ਕਿ ਕੋਈ ਪੋਲੀਟੀਕਲ ਤੌਰ ਦੇ ਉੱਤੇ ਪ੍ਰੈਸ਼ਰ ਹੋ ਸਕਦਾ ਹੈ ਜਥੇਦਾਰ ਸਾਹਿਬ ਦੇ ਉੱਤੇ, ਜਿਹੜੇ ਦਬਾਅ ਦਾ ਉਹ ਜ਼ਿਕਰ ਕਰ ਰਹੇ ਨੇ? ਨਹੀਂ, ਦਬਾਅ ਦੇਖੋ ਜੀ, ਉਹਨਾਂ ਨੇ ਜਦੋਂ ਪੇਸ਼ ਹੋਣ ਲਈ ਕਹਿੰਦੇ ਸੀਗੇ ਤੇ ਉਹ ਕਹਿੰਦੇ ਸੀ ਵੀ ਅਸੀਂ ਪੇਸ਼ ਹੋਣਾ ਚਾਹੁੰਦੇ ਆ। ਇਹ ਕਹਿੰਦੇ ਸੀ ਪਹਿਲਾਂ ਤੁਸੀਂ ਰਿਜ਼ਾਈਨ ਦੇ ਕੇ ਆਓ, ਉਹ ਕਹਿੰਦੇ ਸੀ ਅਸੀਂ ਰਿਜ਼ਾਈਨ ਨਹੀਂ ਦੇਣਾ। ਫਿਰ ਉਹ ਕਹਿੰਦੇ ਸੀ ਤੁਸੀਂ ਜੇ ਨਹੀਂ ਰਿਜ਼ਾਈਨ ਦਓਗੇ ਉੱਥੇ ਆਓਗੇ ਤੇ ਮੈਂ ਰਿਜ਼ਾਈਨ ਲਵਾਂਗਾ। ਫਿਰ ਵੀ ਉਹਨਾਂ ਨੂੰ ਗੁੱਸਾ ਸੀ ਇਸ ਗੱਲ ਦਾ। ਸੋ ਇਸ ਤਰ੍ਹਾਂ ਦੀਆਂ ਕਈ ਗੱਲਾਂ ਹੋਈਆਂ ਜਿਹਦੇ ਕਰਕੇ ਮੇਰਾ ਖਿਆਲ ਹੈ ਕਿ ਉਹ ਵੀ ਮਹਿਸੂਸ ਕਰਦੇ ਹੋਣਗੇ ਕਿ ਜੋ ਮੈਂ ਕਹਿਣਾ ਇਹ ਗੱਲ ਤੇ ਸੁਣਦੇ ਨਹੀਂ ਤੇ ਮੈਂ ਮਾਫ ਕਿੱਦਾਂ ਕਰ ਦੂੰਗਾ ਜਾਂ ਮੈਂ ਕਿਸ ਤਰ੍ਹਾਂ ਇਹਨਾਂ ਨੂੰ ਉੱਥੇ ਪੇਸ਼ ਕਰਾ ਕੇ ਗੱਲ ਕਰਾਂਗਾ। ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਗੱਲਾਂ ਦੇ ਵਿੱਚ ਵੀ ਹੁੰਦਾ ਹੀ ਹੈ ਨਾ ਜੀ। ਮੈਂ ਪ੍ਰੈਸ਼ਰ ਵਾਲੀ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਅਹੁਦਾ ਕੋਈ ਵੀ ਹੋਵੇ, ਛੋਟਾ ਹੋਵੇ ਵੱਡਾ ਹੋਵੇ, ਹਰ ਇੱਕ ਅਹੁਦੇ ਦੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਤੇ ਪ੍ਰੈਸ਼ਰ ਵੀ ਹੁੰਦਾ ਹੈ। ਪਰ ਕੀ ਬਾਕੀ ਕੋਈ ਪ੍ਰੈਸ਼ਰ ਹੁੰਦਾ ਇਸ ਤਰੀਕੇ ਦੇ ਅਹੁਦੇ ਤੇ? ਤੁਸੀਂ ਤਾਂ ਐਸਜੀਪੀਸੀ ਦੇ ਪ੍ਰਧਾਨ ਰਹੇ ਹੋ, ਬਤੌਰ ਪ੍ਰਧਾਨ ਤੁਹਾਡੇ ਉੱਤੇ ਕੋਈ ਪੋਲੀਟੀਕਲ ਪ੍ਰੈਸ਼ਰ, ਕੋਈ ਡਿਸੀਜਨ ਲੈਣ ਦਾ? ਦੇਖੋ ਮੇਰਾ ਤੇ ਇਹ ਹੈ ਕਿ ਮੈਂ ਇਹ ਕਹਿੰਦੀ ਹਾਂ ਕਿ ਜੋ ਸੰਗਤ ਚਾਹੁੰਦੀ ਹੈ, ਜੋ ਪਰੰਪਰਾਵਾਂ ਮਰਿਆਦਾ ਨੇ ਉੱਥੋਂ ਦੀਆਂ, ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਖੁਦ ਮੁਖਤਿਆਰ ਹੋ ਕੇ ਕੰਮ ਕਰੇ, ਆਜ਼ਾਦ ਹੋ ਕੇ ਕੰਮ ਕਰੇ ਤੇ ਜ਼ਿਆਦਾ ਕੰਮ ਕੀਤਾ ਜਾ ਸਕਦਾ ਹੈ। ਜਦੋਂ ਅਸੀਂ ਹਰ ਵੇਲੇ ਇਹ ਸੋਚੀ ਜਾਈਏ ਕਿ ਸਾਨੂੰ ਕਿਤੇ ਇਹ ਨਾ ਹੋਵੇ ਕਿ ਅਸੀਂ ਕੰਮ ਕਰਾਂਗੇ ਤੇ ਉਹ ਸਾਡੇ 'ਚ ਕੋਈ ਨਾ ਕੋਈ ਰੁਕਾਵਟ ਬਣ ਜਾਣ, ਉਹ ਸਾਨੂੰ ਰੋਕ ਦੇਣ, ਸਾਨੂੰ ਕਿਸੇ ਵੇਲੇ ਕੰਮ ਕਰਨ ਵੇਲੇ ਵੀ ਬਹੁਤ ਕੁਝ ਸੋਚਣਾ ਪੈਂਦਾ ਹੈ। ਇਸੇ ਤਰ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੈ, ਉਹਨਾਂ ਨੂੰ ਬਹੁਤ ਧਿਆਨ ਰੱਖਣਾ ਪੈਂਦਾ ਹੈ ਵੀ ਕਿਤੇ ਇਹ ਨਾ ਹੋਵੇ ਕਿ ਮੈਂ ਐਲਾਨ ਕਰ ਦੇਵਾਂ ਤੇ ਦੂਜੇ ਪਾਸਿਓਂ ਆ ਕੇ ਕੋਈ ਰੁਕਾਵਟ ਪਾ ਦੇ। ਜਿਸ ਤਰ੍ਹਾਂ ਉਹਨਾਂ ਨੇ ਆਦੇਸ਼ ਜਾਰੀ ਕੀਤਾ, ਆਦੇਸ਼ ਨੂੰ ਪ੍ਰਧਾਨ ਜੀ ਨੇ ਮੰਨਿਆ ਨਹੀਂ, ਕਿੱਡੀ ਹਾਸੋ ਜਿਹੜੀ ਗੱਲ ਬਣੀ ਕਿ ਜੇ ਉਹਨਾਂ ਨੇ ਕਹਿ ਹੀ ਦਿੱਤਾ ਸੀ ਕਿ ਪ੍ਰਧਾਨ ਜੀ ਨੇ ਕਿਹਾ ਸੀ YouTube ਚੈਨਲ ਬਣਾ ਦਾਂਗੇ 70 ਕਿੱਡਾ ਕੋਈ ਔਖਾ ਕੰਮ ਸੀ। ਤੁਸੀਂ ਸਾਰੇ ਚੈਨਲ ਚਲਾ ਹੀ ਰਹੇ ਹੋ, ਸਾਰੇ ਇੰਡੀਵਿਜੂਅਲ ਲੋਕ ਚਲਾਉਂਦੇ ਆ, ਉਹ ਤੇ ਇੱਕ ਸੰਸਥਾ ਕੀ ਨਹੀਂ ਹੋ ਸਕਦਾ ਸੀਗਾ। ਪਰ ਉਹ ਫਿਰ ਇਹਦਾ ਮਤਲਬ ਹੈ ਕਿ ਉਹਨਾਂ ਦੇ ਉੱਤੇ ਪੋਲੀਟੀਕਲ ਪ੍ਰੈਸ਼ਰ ਸੀ ਜਾਂ ਉਹ ਅੰਡਰ ਪ੍ਰੈਸ਼ਰ ਸੀ। ਤੇ ਜਦੋਂ ਅੰਡਰ ਪ੍ਰੈਸ਼ਰ ਇੱਕ ਸ਼੍ਰੋਮਣੀ ਕਮੇਟੀ ਦਾ ਮੁਖੀ ਹੋਏਗਾ ਜਾਂ ਸੰਸਥਾ ਹੋਏਗੀ, ਐਗਜ਼ੈਕਟਿਵ ਹੋਏਗੀ, ਮੈਂਬਰ ਹੋਣਗੇ, ਤਾਂ ਫਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਖਰੇ ਥੋੜ੍ਹੇ ਹੋ ਸਕਦੇ ਆ। ਉਹਨਾਂ ਨੇ ਵੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਇਕੱਠਿਆਂ ਕੰਮ ਕਰਨਾ ਹੁੰਦਾ ਹੈ। ਭਾਵੇਂ ਪ੍ਰਚਾਰ ਦਾ ਕੰਮ ਹੋਵੇ, ਭਾਵੇਂ ਕਿਸੇ ਕਿਸਮ ਦੇ ਸੰਗਤ ਨੂੰ ਕੋਈ ਸੁਨੇਹਾ ਦੇਣ ਦੀ ਗੱਲ ਹੋਵੇ, ਜਦ ਤੱਕ ਆਪਸ ਵਿੱਚ ਅੰਡਰਸਟੈਂਡਿੰਗ ਵਧੀਆ ਨਹੀਂ ਹੋਵੇਗੀ ਉਨੀ ਚਿਰ ਤੱਕ ਵਧੀਆ ਕੰਮ ਨਹੀਂ ਹੋ ਸਕਦੇ। ਅੱਛਾ, ਇੱਕ ਉਹਨਾਂ ਦੇ ਉੱਤੇ ਇਲਜ਼ਾਮ ਇਹ ਵੀ ਲੱਗਦੇ ਰਹੇ ਕਿ ਬੀਜੇਪੀ ਦੇ ਨਾਲ ਨੇੜਤਾ ਹੈ। ਕੁਝ ਉਹਨਾਂ ਦੀਆਂ ਸਟੇਟਮੈਂਟਸ ਆਈਆਂ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਤੇ ਸਰਮਾਏਦਾਰਾਂ ਦਾ ਕਬਜ਼ਾ ਹੋ ਗਿਆ ਔਰ ਰਾਘਵ ਚੱਡਾ ਦੀ ਮੰਗਣੀ ਦੇ ਵਿੱਚ ਪਹੁੰਚ ਜਾਂਦੇ ਨੇ, ਉੱਥੇ ਸ਼ਮੂਲੀਅਤ ਹੋਈ ਤੇ ਅਕਾਲੀ ਦਲ ਦੇ ਕਈ ਆਗੂਆਂ ਦੇ ਵੱਲੋਂ ਉਸ ਦੇ ਉੱਤੇ ਵੀ ਇਤਰਾਜ਼ ਜਤਾਇਆ ਗਿਆ। ਤੁਹਾਨੂੰ ਲੱਗਦਾ ਕਿ ਇਸ ਸਭ ਦੇ ਪਿੱਛੇ ਵਜ੍ਹਾ ਰਹੀ ਹੈ ਉਹਨਾਂ ਦੀ ਕੁਰਸੀ ਜਾਣ ਦੀ? ਇਨਫੈਕਟ ਉਹਨਾਂ ਨੇ ਅੱਜ ਵੀ ਜਦੋਂ ਗੱਲਬਾਤ ਉਹ ਕਰ ਰਹੇ ਸੀ, ਬੇਸ਼ੱਕ ਥੋੜੇ ਜਿਹੇ ਖਾਸੇ ਮਜ਼ਾਕ ਦੇ ਵਿੱਚ ਕਹਿ ਦਿੱਤਾ, ਕਹਿੰਦੇ ਦਿੱਲੀ ਵਾਲਿਆਂ ਨਾਲ ਤਾਂ ਸਾਡੀ ਯਾਰੀ ਹੈ। ਮੈਂ ਉਹਨਾਂ ਦੇ ਬਾਰੇ ਕੁਝ ਨਹੀਂ ਕਹਿ ਸਕਦੀ ਜੀ। ਸਿੰਘ ਸਾਹਿਬ ਜੀ ਤੇ ਆਪਣਾ ਨਜ਼ਰੀਆ, ਉਹਨਾਂ ਨੇ ਸਿੰਘ ਸਾਹਿਬ ਜਿਹੜੇ ਭਾਈ ਰਣਜੀਤ ਸਿੰਘ ਜੀ, ਗਿਆਨੀ ਰਣਜੀਤ ਸਿੰਘ ਸੀਗੇ, ਉਹਨਾਂ ਨਾਲ ਕਹਿ ਰਹੇ ਸੀ, ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਕਹਿ ਰਹੇ ਸੀਗੇ ਦੇਖੋ ਇਹਨੂੰ ਅਸੀਂ ਜਿਸ ਤਰ੍ਹਾਂ ਮਰਜ਼ੀ ਲੈ ਜਾਈਏ, ਕਿਸੇ ਪਾਸੇ ਹੋਰ ਲੈ ਜਾਈਏ। ਬਾਕੀ ਜਿਹੜੀ ਗੱਲ ਹੈ, ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਹੁੰਦੇ ਨਾ ਜੀ, ਉਹਨਾਂ ਨੇ ਸਭ ਦੀ ਗੱਲ ਸੁਣਨੀ ਹੁੰਦੀ ਹੈ। ਇਹ ਅਸੀਂ ਜੇ ਸਰਕਾਰਾਂ ਦੇ ਨਾਲ, ਜੇ ਸਰਕਾਰਾਂ ਵਿੱਚ ਬੈਠੇ ਨੇ ਲੋਕ, ਉਹਨਾਂ ਲੋਕਾਂ ਨੇ ਵੀ ਉੱਥੇ ਆ ਕੇ ਝੁਕਣਾ, ਉੱਥੇ ਆ ਕੇ ਸਨਮਾਨ ਕਰਨਾ। ਜੇ ਉੱਥੇ ਆ ਕੇ ਕੋਈ ਸਨਮਾਨ ਕਰਨ ਵਜੋਂ ਜਾਂ ਉਹਨਾਂ ਦੇ ਨਾਲ ਸਤਿਕਾਰ ਲੈਣ ਦੇਣ ਵਜੋਂ ਆ ਕੇ ਕੋਈ ਬੈਠ ਵੀ ਜਾਏਗਾ, ਤਾਂ ਮੈਂ ਕਹਿੰਦੀ ਸਾਨੂੰ ਮਾਣ ਹੋਣਾ ਚਾਹੀਦਾ ਕਿ ਉੱਥੇ ਵੱਡੀਆਂ ਵੱਡੀਆਂ ਤਾਕਤਾਂ ਆ ਕੇ ਵੀ ਝੁਕਦੀਆਂ। ਇਹਨੂੰ ਨੈਗੇਟਿਵ ਕਿਉਂ ਆਪਾਂ ਲੈਂਦੇ ਹਾਂ? ਠੀਕ ਹੈ, ਇਹ ਉੱਥੇ ਆਏ ਨੇ, ਮੰਨ ਲਓ ਗ੍ਰਹਿ ਮੰਤਰੀ ਆ ਕੇ ਉੱਥੇ ਮੱਥਾ ਟੇਕਦਾ ਹੈ, ਉਹਨਾਂ ਕੋਲ ਆ ਕੇ ਬੈਠ ਜਾਂਦੇ ਹੈ, ਤੇ ਸਾਨੂੰ ਤੇ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਦੇਸ਼ ਦੇ ਜਿਹੜੇ ਜਿੰਨੇ ਵੀ ਵੱਡੀਆਂ ਤਾਕਤਾਂ ਨੇ ਆਪਣੇ ਆਪ ਨੂੰ ਸਮਝਦੀਆਂ, ਪੋਲੀਟੀਕਲ ਵੀ,
ਰਾਜਨੀਤਕ ਵੀ, ਉਹ ਵੀ ਆ ਕੇ ਉਸ ਤਖਤ ਨੂੰ ਨਮਸਕਾਰ ਕਰਦੀਆਂ ਨੇ, ਉਹਦੇ ਸਿਰ ਝੁਕਾਉਂਦੀਆਂ ਨੇ। ਇਹ ਸਾਂਝ ਕਿਸ ਤਰ੍ਹਾਂ ਦੀ ਕਹਿੰਦੇ ਆ, ਮੈਨੂੰ ਨਹੀਂ ਇਸ ਗੱਲ ਦੀ ਸਮਝ। ਇਹ ਅਸੀਂ ਕੋਈ ਗੱਲ ਕਰਾਂਗੇ ਜੀ। ਚਲੋ ਨੇੜਤਾ ਦਾ ਜ਼ਿਕਰ ਤੁਸੀਂ, ਮੇਰਾ ਇੱਕ ਬਹੁਤ ਛੋਟਾ ਜਿਹਾ ਇੱਕ ਆਖਰੀ ਸਵਾਲ ਹੈ ਬੀਬੀ ਜਗੀਰ ਕੌਰ ਜੀ, ਤੁਸੀਂ ਜ਼ਿਕਰ ਕੀਤਾ ਕਿ ਆਦੇਸ਼ ਨਹੀਂ ਮੰਨ ਰਹੇ ਸੀ, ਤਾਂ ਮਤਲਬ ਇਹ ਕੱਢਿਆ ਜਾਵੇ ਕਿ ਅਹੁਦਾ ਛੱਡਣ ਜਾਂ ਜਾਣ ਦੀ ਇੱਕ ਵਜ੍ਹਾ ਇਹ ਸੀ ਕਿ ਜਦੋਂ ਤੁਸੀਂ ਕਿਸੇ ਨੂੰ ਜ਼ਿੰਮੇਵਾਰੀ ਦਿੱਤੀ, ਅਹੁਦੇ ਦੇ ਉੱਤੇ ਬੈਠਾ ਔਰ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਦੇ ਉੱਤੇ ਕੋਈ ਹੋਵੇ ਜੇ ਉਹਨਾਂ ਦੀ ਗੱਲ ਨਹੀਂ ਮੰਨਣੀ, ਤਾਂ ਫਿਰ ਉਹ ਸੋਚ ਰਹੇ ਹੋਣਗੇ ਕਿ ਮੈਂ ਇੱਥੇ ਬੈਠ ਕੇ ਕਰਨਾ ਕੀ ਹੈ। ਫਿਰ ਦੇਖੋ ਜੀ, ਸਿੰਘ ਸਾਹਿਬ ਨੇ ਇਹ ਗੱਲ ਜ਼ਰੂਰ ਕਹੀ ਕਿ ਦੇਖੋ ਹਰ ਇੱਕ ਨੂੰ ਕਹਿਣੀ ਪਏਗੀ ਕਿ ਜੇ ਤੁਸੀਂ ਨਹੀਂ ਚਾਹੁੰਦੇ, ਜਦੋਂ ਤੁਸੀਂ ਹੁਕਮ ਕਰੋਗੇ ਮੈਂ ਤੇ ਚਲਾ ਜਾਵਾਂਗਾ ਇੱਥੋਂ ਛੱਡ ਕੇ, ਮੈਨੂੰ ਕੋਈ ਚਿੰਤਾ ਨਹੀਂ, ਮੇਰੇ ਤੇ ਕੋਈ ਕਿਸੇ ਕਿਸਮ ਦੀ ਕੋਈ ਗੱਲ ਨਹੀਂ। ਉਹ ਧੱਕੇ ਨਾਲ ਥੋੜਾ ਬੈਠ ਸਕਦੇ ਉੱਥੇ, ਪਰ ਇਹ ਗੱਲ ਕਹਿ ਦੇਣੀ ਕਿ ਉਹ ਇੱਥੋਂ ਆਪ ਚਲੇ ਗਏ ਆ, ਮੈਂ ਤੇ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਕਿਉਂਕਿ ਕਹਿੰਦੇ ਨੇ ਸਵੈਗੀ ਤਾਂ ਮੇਰੀ ਹੈਗੀ ਸੀ ਕਿ ਜਦੋਂ ਤੁਸੀਂ ਮੈਨੂੰ ਤੋਰੋਗੇ, ਫਾਰਗ ਕਰੋਗੇ, ਮੈਂ ਚਲਾ ਜਾਵਾਂਗਾ। ਇਹ ਠੀਕ ਹੈ। ਸ਼ੁਕਰੀਆ ਬੀਬੀ ਜਗੀਰ ਕੌਰ ਜੀ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਅਸੀਂ ਆਪਣੀ ਚਰਚਾ ਨੂੰ ਜ਼ਰੂਰ ਅੱਗੇ ਜਾਰੀ ਰੱਖਦੇ ਹਾਂ। ਪੀਰ ਮੁਹੰਮਦ ਜੀ ਔਰ ਨਿਆਮੀਆਂ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਮੈਂ ਪੀਰ ਮੁਹੰਮਦ ਦਾ ਰੁਖ ਕਰਦਾ। ਤੁਸੀਂ ਕੁਝ ਗੱਲਾਂ ਜਿਹੜੀਆਂ ਬੀਬੀ ਜੀ ਨੂੰ ਅਸੀਂ ਪੁੱਛਣਾ ਚਾਹੁੰਦੇ ਆ, ਤੁਸੀਂ ਉਹਨਾਂ ਨੂੰ ਨਾਲ ਜੋੜ ਕੇ ਰੱਖੋ ਨਾ, ਕਿ ਤੁਸੀਂ ਦੇਖੋ ਇਹ ਬਹੁਤ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ, ਤੇ ਇਹਨਾਂ ਨੂੰ ਪਤਾ ਹੈ ਕਿ ਜਥੇਦਾਰ ਸਾਹਿਬ ਇਹਨਾਂ ਦੀ ਜਿਹੜੀ ਟਰਮ ਕਾਲ ਦੇ ਵਿੱਚ ਬਦਲਦੇ ਰਹੇ ਨੇ, ਜਥੇਦਾਰਾਂ ਦੀ ਨਿਯੁਕਤੀ ਆਪ ਕਰਦੇ ਰਹੇ ਨੇ ਐਗਜ਼ੈਕਟਿਵ ਦੇ ਵਿੱਚ ਬੈਠ ਕੇ। ਤੇ ਜੇ ਅੱਜ ਸੇਵਾ ਮੁਕਤ ਹੋਏ ਨੇ ਜਥੇਦਾਰ, ਤੇ ਜਿਹੜੇ ਇਹਨਾਂ ਦੇ ਟਾਈਮ ਜਥੇਦਾਰ ਸੇਵਾ ਮੁਕਤ ਹੁੰਦੇ ਰਹੇ ਆ, ਉਹ ਕਿਹੜਾ ਢੰਗ ਤਰੀਕਾ ਸੀ ਉਹ ਦੱਸ ਦੇਣ। ਉਹ ਉਦੋਂ ਇਹ ਜਿਹੜੀਆਂ ਗੱਲਾਂ ਨੇ, ਦੇਖੋ ਜਦੋਂ ਵੀ ਆਪਾਂ ਪਾਸੇ ਚਲੇ ਜਾਂਦੇ ਆ ਉਦੋਂ ਫਿਰ ਆਪਾਂ ਹਰ ਗੱਲ ਨੂੰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ 'ਚ ਸੁੱਟਣ ਦੀ ਕੋਸ਼ਿਸ਼ ਕਰਦੇ ਆ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਬੀਬੀ ਜਗੀਰ ਕੌਰ ਜੀ, ਔਰ ਇਹਨਾਂ ਨੂੰ ਸਾਰਾ ਪਤਾ ਹੈ, ਸਾਰੇ ਸਿਸਟਮ ਦਾ ਪਤਾ ਹੈ ਕਿ ਕਿਵੇਂ ਸਿਸਟਮ ਦੇ ਵਿੱਚ। ਮੈਂ ਕੋਸ਼ਿਸ਼ ਕਰਦਾ ਜੇ ਉਹਨਾਂ ਤੱਕ ਆਵਾਜ਼ ਜਾਰੀ ਹੋਈ ਤਾਂ ਉਹ ਜੇ ਰਿਐਕਟ ਕਰਨ ਇਸ ਦੇ ਉੱਤੇ। ਬੀਬੀ ਜੀ ਆਵਾਜ਼ ਆ ਰਹੀ ਹੈ, ਤੁਸੀਂ ਕਹਿ ਰਹੇ ਹੋ ਤੁਹਾਡੇ ਤੱਕ ਆਵਾਜ਼ ਆ ਰਹੀ ਹੈ? ਚਲੋ ਲੱਗ ਰਿਹਾ ਕਿ ਉਹਨਾਂ ਦੇ ਨਾਲ ਸਾਡਾ ਕੰਟੈਕਟ ਟੁੱਟ ਗਿਆ। ਪੀਰ ਮੁਹੰਮਦ ਜੀ, ਮੈਂ ਸਵਾਲ ਦੇ ਉੱਤੇ ਆਣਾ, ਜਿਹੜਾ ਤੁਸੀਂ ਜ਼ਿਕਰ ਕੀਤਾ ਉਹ ਵੀ ਲਾਜ਼ਮੀ ਤੌਰ ਤੇ ਉਹਨਾਂ ਨੂੰ ਸਵਾਲ ਹੋਣਾ ਚਾਹੀਦਾ ਹੈ, ਪਰ ਦੂਜੇ ਪਾਸੇ ਨਿਆਮੀਆਂ ਸਾਹਿਬ ਵੀ ਜ਼ਿਕਰ ਕਰ ਗਏ ਔਰ ਬੀਬੀ ਜਗੀਰ ਕੌਰ ਵੀ ਜ਼ਿਕਰ ਕਰ ਗਏ, ਕਹਿੰਦੇ ਕਿ ਆਦੇਸ਼ ਹੋਣ ਇੰਨੇ ਵੱਡੇ ਅਹੁਦੇ ਉੱਤੇ ਜਿਸ ਨੂੰ ਆਪਾਂ ਸਿਰਮੌਰ ਕਹਿ ਰਹੇ ਹਾਂ ਸਭ ਦੇ, ਤਾਂ ਉਹਨਾਂ ਦੀ ਗੱਲ ਦੇ ਉੱਤੇ ਗੌਰ ਨਹੀਂ ਕੀਤਾ ਜਾ ਰਿਹਾ, ਤਾਂ ਫਿਰ ਉਹ ਕਰੇਗਾ ਕੀ? ਉਹ ਕਰਨਗੇ ਕੀ? ਉਹਨਾਂ ਦੇ ਕੋਲ ਹੋਰ ਬਦਲ ਬਾਕੀ ਕੀ ਸੀ? ਦੇਖੋ ਜਿਹੜੇ ਮਸਲੇ ਇਸ ਵਕਤ ਚੱਲ ਰਹੇ ਨੇ, ਹੁਣ ਦੇਖੋ ਬੀਬੀ ਜਗੀਰ ਕੌਰ ਜੀ ਨੂੰ ਤੁਸੀਂ ਸਵਾਲ ਕੀਤਾ, ਬੀਬੀ ਜਗੀਰ ਕੌਰ ਹੁਣ ਸਵਾਲ ਕਰ ਰਹੇ ਨੇ, ਉਹਨਾਂ ਦੇ ਪ੍ਰਧਾਨਗੀ ਕਾਲ ਦੇ ਵਿੱਚ ਵੀ ਇਹ ਮਸਲਾ ਸੀ ਨਾ ਟੀਵੀ ਚੈਨਲ ਦਾ। ਉਹ ਆਪਣੇ ਪ੍ਰਧਾਨਗੀ ਕਾਲ ਦੇ ਵਿੱਚ ਕਿਉਂ ਨਹੀਂ ਟੀਵੀ ਚੈਨਲ ਬਣਾ ਕੇ ਚਲੇ ਗਏ? ਇਹ ਜਿਹੜਾ ਮਸਲੇ ਆ, ਕੁਝ ਮਸਲੇ ਜਿਹੜੇ ਆ ਉਹਨਾਂ ਦੇ ਉੱਪਰ ਅੰਦਰੂਨੀ ਤੌਰ ਦੇ ਉੱਤੇ ਦੇਖੋ, ਇੱਕ ਬਜਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਬਜਟ ਜਿਹੜਾ ਹੈ ਬਹੁਤ ਸਾਰੀ ਰਾਏ ਆਉਂਦੀ ਹੈ ਕਿ ਤੁਸੀਂ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਪੈਸਾ ਲਗਾਓ, ਤੁਸੀਂ ਹੈਲਥ ਜਿਹੜਾ ਸਿਸਟਮ ਹੈ ਉਹਦੇ ਵਿੱਚ ਜਿਹੜੇ ਪਰਿਵਾਰਾਂ ਨੂੰ ਜਿਹੜੀ ਸਿਹਤ ਸਹੂਲਤਾਂ ਦੀ ਲੋੜ ਹੈ ਉੱਥੇ ਪੈਸਾ ਖਰਚ ਕਰੋ, ਜਾਂ ਜਿਹੜੇ ਬਹੁਤ ਸਾਰੇ ਪਰਿਵਾਰ ਨੇ, ਬੰਦੀ ਸਿੰਘ ਨੇ, ਜਾਂ ਜਿਹੜੇ ਹੋਰ ਮਸਲੇ ਨੇ ਕੌਮ ਦੇ ਸਾਹਮਣੇ, ਕਿ ਉੱਥੇ ਪੈਸਾ ਖਰਚ ਕਰੋ। ਤੇ ਇਹ ਜਿਹੜਾ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ, ਇਹ ਆਮ ਤੌਰ ਦੇ ਉੱਤੇ ਇਹ ਪ੍ਰਭਾਵ ਦਿੱਤਾ ਜਾਂਦਾ ਕਿ ਇੱਕ YouTube ਚੈਨਲ ਬਣਾਉਣਾ ਸੀ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਨਹੀਂ ਬਣਾ ਸਕੀ? ਉਹ ਤਾਂ ਬਣਿਆ ਹੋਇਆ ਔਰ ਉੱਥੋਂ ਲਗਾਤਾਰ ਪੰਥਕ ਸਰਗਰਮੀਆਂ ਚੱਲਦੀਆਂ ਨੇ। ਲੇਕਿਨ ਅੱਜ ਜਿਹੜਾ ਸਭ ਤੋਂ ਵੱਡਾ ਸਵਾਲ ਇਹ ਆ ਕਿ ਇੱਕ ਟਾਰਗੇਟ ਕਰਕੇ, ਇੱਕ ਸਿਰਫ ਟੀਵੀ ਚੈਨਲ ਦਾ ਬਹਾਨਾ ਬਣਾ ਕੇ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿਫਾਲ ਕਰਨਾ ਚਾਹੁੰਦੀ ਹੈ, ਤੋੜਨਾ ਚਾਹੁੰਦੀ ਹੈ। ਪੁਆਇੰਟ ਦੇ ਉੱਤੇ ਰਹੀਏ। ਬੇਸਿਕਲੀ ਦੋ ਤੁਸੀਂ ਮਾਮਲਿਆਂ ਨੂੰ ਬਿਲਕੁਲ ਕਲੱਬ ਕਰ ਰਹੇ ਹੋ, ਇੱਕ ਹੈ ਗੁਰਬਾਣੀ ਪ੍ਰਸਾਰਣ ਵਾਲਾ ਮਸਲਾ, ਇੱਕ ਹੈ ਜਥੇਦਾਰ ਸਾਹਿਬ ਦੀ ਸਟੇਟਮੈਂਟ, ਗਿਆਨੀ ਹਰਪ੍ਰੀਤ ਸਿੰਘ ਦੀ ਸਟੇਟਮੈਂਟ। ਹੁਣ ਤੁਸੀਂ ਕਹਿ ਰਹੇ ਹੋ ਗਿਆਨੀ ਹਰਪ੍ਰੀਤ ਸਿੰਘ ਦੀ ਸਟੇਟਮੈਂਟ ਤੇ ਸਵਾਲ ਚੁੱਕ ਰਹੇ ਹੋ। ਹਾਂਜੀ, ਤੁਸੀਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਉਸ ਦੇ ਉੱਤੇ ਵੀ ਤੁਹਾਨੂੰ ਕੁਐਸਚਨ ਮਾਰਕ ਹੈ? ਨਹੀਂ, ਅਸੀਂ ਕਿਸੇ ਆਪਣੇ ਸਿੰਘ ਸਾਹਿਬ ਜੀ ਦੇ ਕਿਸੇ ਵੀ ਬਿਆਨ ਦੇ ਉੱਪਰ ਕੋਈ ਵੀ ਟੀਕਾ ਟਿੱਪਣੀ ਨਹੀਂ ਕਰਨਾ ਚਾਹੁੰਦੇ, ਪਰ ਇੰਨੀ ਗੱਲ ਕਹਿ ਰਹੇ ਹਾਂ ਕਿ ਇਹ ਉਹਨਾਂ ਨੇ ਆਪ ਬਿਆਨ ਦਿੱਤਾ। ਅੱਜ ਵੀ ਤੁਸੀਂ ਸੁਣਿਆ ਕਿ ਮੈਂ ਤਾਂ ਆਪ ਕਹਿ ਕੇ ਗਿਆ ਕਿ ਮੈਂ ਸੇਵਾ ਮੁਕਤ ਹੋਣਾ ਚਾਹੁੰਦਾ, ਤੇ ਉਹਨੂੰ ਸਵੀਕਾਰ ਕਿਹਾ ਜਾਂਦਾ ਕਿ ਜਦੋਂ ਇੱਕ ਸ਼ਖਸੀਅਤ ਇਹ ਕਹਿੰਦੀ ਹੈ ਕਿ ਮੈਂ ਇਸ ਤੋਂ ਅੱਗੇ ਸੇਵਾ ਨਹੀਂ ਕਰਨਾ ਚਾਹੁੰਦਾ। ਠੀਕ ਹੈ, ਨਹੀਂ ਪੀਰ ਮੁਹੰਮਦ ਸਾਹਿਬ, ਮੈਂ ਨਿਆਮੀਆਂ ਸਾਹਿਬ ਦਾ ਰੁਖ ਕਰਦਾ। ਮੈਂ ਕੰਪੇਅਰ ਨਹੀਂ ਕਰ ਰਿਹਾ ਕਿਸੇ ਦੇ ਨਾਲ, ਮੈਂ ਕੰਪੇਅਰ ਨਹੀਂ ਕਰ ਰਿਹਾ ਕਿਸੇ ਦੇ ਨਾਲ
ਪਰ ਦੇਖੋ ਗੱਲ ਇਹ ਹੈ ਕਿ ਅਹੁਦਾ ਕੋਈ ਵੀ ਕਿਸੇ ਨੇ ਵੀ ਕਦੇ ਵੀ ਛੱਡਿਆ ਹੋਵੇ, ਆਮ ਤੌਰ ਤੇ ਇਹੀ ਕਿਹਾ ਜਾਂਦਾ ਕਿ ਦੇਖੋ ਪਰਿਵਾਰਕ ਕਾਰਨ, ਨਿੱਜੀ ਹਵਾਲਾ ਤੇ ਛੱਡ ਦਿੱਤਾ ਜਾਂਦਾ ਅਹੁਦਾ। ਇਹ ਆਮ ਤੌਰ ਤੇ ਕਿਹਾ ਜਾਂਦਾ, ਫਿਰ ਹਜ਼ਮ ਕਿਸੇ ਨੂੰ ਨਹੀਂ ਹੁੰਦਾ। ਹੁਣ ਬੀਬੀ ਜਗੀਰ ਕੌਰ ਵੀ ਉਹੀ ਜ਼ਿਕਰ ਕਰ ਗਏ, ਨਿਆਮੀਆਂ ਜੀ ਵੀ ਉਹੀ ਜ਼ਿਕਰ ਕਰ ਗਏ ਕਿ ਨਹੀਂ, ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਵਾਕਈ ਇਸ ਕਰਕੇ ਅਹੁਦਾ ਛੱਡ ਦਿੱਤਾ ਜਾਂ ਉਹਨਾਂ ਨੇ ਸਵੈ ਇੱਛਾ ਨਾਲ ਅਹੁਦਾ ਛੱਡ ਦਿੱਤਾ। ਨਹੀਂ ਛੱਡਦਾ ਕੋਈ ਅਹੁਦਾ। ਉਹਨਾਂ ਨੇ ਵਾਰ-ਵਾਰ ਜ਼ਿਕਰ ਕੀਤਾ ਸੀ ਔਰ ਉਹਨਾਂ ਨੇ ਜ਼ਿਕਰ ਇਹ ਕੀਤਾ ਸੀ ਕਿ ਮੈਂ ਸੇਵਾ ਮੁਕਤ ਹੋਣਾ ਚਾਹੁੰਦਾ, ਗਿਆਨੀ ਹਰਪ੍ਰੀਤ ਸਿੰਘ ਜੀ ਨੇ, ਤੇ ਉਹ ਸੇਵਾ ਮੁਕਤ ਹੋਏ ਨੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਰ ਜਥੇਦਾਰ ਸਾਹਿਬ ਤਾਂ ਨਵਾਂ ਨਿਯੁਕਤ ਕਰਨਾ ਹੀ ਸੀ ਨਾ, ਤੇ ਨਵਾਂ ਨਿਯੁਕਤ ਕੀਤੇ ਨੇ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਉਹਨਾਂ ਨੂੰ ਪੂਰਾ ਸਹਿਯੋਗ ਕਰਾਂਗੇ। ਚਲੋ ਤਾਂ ਐਗਜ਼ੀਕਿਊਟਿਵ ਮੀਟਿੰਗ ਸੀ ਨਾ ਸਰ, ਉੱਥੇ ਇਹ ਪੂਰਾ ਡਿਸੀਜਨ ਹੋਇਆ ਕਿ ਰਘਬੀਰ ਸਿੰਘ ਹੋਰਾਂ ਨੂੰ ਲਗਾਇਆ ਗਿਆ, ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਲਗਾਇਆ ਗਿਆ। ਚਲੋ ਥੋੜੀ ਜਿਹੀ ਵੇਟ ਕਰਿਓ, ਮੈਂ ਨਿਆਮੀਆਂ ਸਾਹਿਬ ਦਾ ਇੱਕ ਰਿਐਕਸ਼ਨ ਲੈਣਾ। ਇਸ ਵਿਚਾਲੇ ਸਾਡੇ ਨਾਲ ਹਰਮੀਤ ਸਿੰਘ ਕਾਲਕਾ ਜੀ ਵੀ ਜੁੜੇ ਹੋਏ ਨੇ। ਪਹਿਲਾਂ ਨਿਆਮੀਆਂ ਸਾਹਿਬ, ਹਜ਼ਮ ਹੋ ਰਹੀ ਹੈ ਗੱਲ ਕਿ ਸਵੈ ਇੱਛਾ ਵਾਲੀ ਗੱਲ ਬਹੁਤ ਕਲੀਅਰ ਹੈ, ਸਭ ਰਾਜ਼ੀ ਹੋ ਜਾਣ ਇਸ ਗੱਲ ਦੇ ਉੱਤੇ। ਬੀਬੀ ਜਗੀਰ ਕੌਰ ਤਾਂ ਨਹੀਂ ਸੀ। ਦੇਖੋ ਇਹ ਗੱਲ ਬਿਲਕੁਲ ਦਿਨ ਦੀ ਵੀ, ਜੇ ਆਪਾਂ ਕਹੀਏ ਨਾ ਦਿਨ ਦੀਵੇ ਨੂੰ ਹਨੇਰਾ ਜੀ ਚੜਿਆ ਹੋਵੇ, ਆਪਾਂ ਕਹੀਏ ਹਨੇਰਾ, ਏਦਾਂ ਦੀ ਗੱਲ ਹੈ। ਦੇਖੋ ਮੈਂ ਥੋੜਾ ਜਿਹਾ ਪਿੱਛੇ ਲੈ ਕੇ ਜਾਣਾ ਚਾਹੁੰਦਾ। ਜਦੋਂ ਖਾਲਸਾ ਪੰਥ ਦੇ ਸਿਰਜਣਾ ਦਿਵਸ ਮਨਾਇਆ ਜਾ ਰਿਹਾ ਸੀ, ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਇਹ ਗੱਲ ਕਹੀ ਸੀ ਕਿ ਆਪਸ ਵਿੱਚ ਲੜੋ ਨਾ, ਬੈਠ ਕੇ ਜਦੋਂ ਤੱਕ ਆਪਾਂ ਮਨਾ ਨਹੀਂ ਲੈਂਦੇ ਉਦੋਂ ਤੱਕ ਮਿਲ ਜੁਲ ਕੇ ਰਹੋ। ਉਹ ਕੀ ਕੀਤਾ, ਜਥੇਦਾਰ ਸਾਹਿਬ ਨੂੰ ਵੀ ਹਟਾਤਾ। ਜਿਹੜੀ ਗੱਲ ਚੰਗੇ ਪਾਸੇ ਕਰਦੇ ਸੀ, ਟੌੜਾ ਸਾਹਿਬ ਨੇ ਅਸਤੀਫਾ ਦੇ ਦਿੱਤਾ, ਉਹਨਾਂ ਨੂੰ ਬਕਾਇਦਾ ਮੀਟਿੰਗ ਬੁਲਾ ਕੇ ਕੱਢਿਆ ਗਿਆ। ਸੋ ਇਹ ਗੱਲ ਨਹੀਂ ਹੈਗੀ, ਇੱਥੇ ਜਥੇਦਾਰ ਸਾਹਿਬ ਨੂੰ ਇਸੇ ਤਰ੍ਹਾਂ ਹਟਾਇਆ ਜਾਂਦਾ ਹੈ। ਉਸ ਨੂੰ ਇਹ ਪਤਾ ਲੱਗਦਾ ਹੈ ਕਿ ਮੈਂ ਹੁਣ ਜਥੇਦਾਰ ਨਹੀਂ ਰਿਹਾ। ਅੱਜ ਜਥੇਦਾਰ ਹੁੰਦਾ, ਕੱਲ ਨੂੰ ਕੋਈ ਪਤਾ ਨਹੀਂ ਜਥੇਦਾਰ। ਇਹ ਅੱਜ ਦੀ ਨਹੀਂ ਜੀ, ਇਹ ਕਦੋਂ ਤੋਂ ਚੱਲਦੀ ਆ ਰਹੀ ਹੈ ਇਹ ਗੱਲ। ਇਸ ਦਾ ਵਿਧੀ ਵਿਧਾਨ ਬਣਨਾ ਚਾਹੀਦਾ ਤਾਂ ਕਿ ਸਤਿਕਾਰ ਜਿਹੜਾ ਹੈ ਜਥੇਦਾਰ ਸਾਹਿਬ ਦਾ ਉਹ ਕਾਇਮ ਰਹੇ। ਇੱਥੇ ਤਾਂ ਹੁਣ ਗੱਲ ਇਹ ਹੁੰਦੀ ਹੈ, ਪਿੱਛੇ ਚਰਚਾ ਇੱਕ ਚੱਲੀ ਸੀ ਜਦੋਂ ਬੇਅਦਬੀ ਮਾਮਲੇ ਹੋਏ ਸੀ, ਉਸ ਤੋਂ ਪਹਿਲਾਂ ਸਿਰਸੇ ਵਾਲੇ ਸਾਹਿਬ ਦਾ ਸਵਾਂਗ ਰਚਿਆ ਗਿਆ ਸੀ, ਗੁਰੂ ਗੋਬਿੰਦ ਸਿੰਘ ਵਾਲਾ। ਉਸ ਤੋਂ ਬਾਅਦ ਮਾਫੀ ਵਾਲੇ ਮਾਮਲੇ ਵਿੱਚ ਇਹ ਚਰਚਾ ਬਹੁਤ ਚੱਲੀ ਸੀ ਕਿ ਜਥੇਦਾਰਾਂ ਨੂੰ ਇੱਕ ਖਾਸ ਜਗ੍ਹਾ ਬੁਲਾਇਆ ਗਿਆ, ਜਦ ਕਿ ਚੱਲ ਕੇ ਜਥੇਦਾਰ ਸਾਹਿਬ ਕੋਲ ਆਉਣਾ ਬਣਦਾ ਹੈ। ਉਹ ਜਥੇਦਾਰ ਸਾਹਿਬਾਨ ਨੂੰ, ਪੰਜਾਂ ਨੂੰ ਇੱਕ ਖਾਸ ਜਗ੍ਹਾ ਬੁਲਾਇਆ ਗਿਆ, ਤੇ ਇਹ ਕਹਾਂਗੇ ਸਤਿਕਾਰ ਹੈ, ਇਹ ਪ੍ਰੈਸ਼ਰ ਨਹੀਂ ਤਾਂ ਹੋਰ ਕੀ ਹੈ। ਇਸ ਤਰ੍ਹਾਂ ਦੀ ਜੇ ਬਾਹ ਮਰੋੜ ਕੇ, ਜਥੇਦਾਰ ਦੀ ਬਾਹ ਮਰੋੜ ਕੇ ਉਸ ਤੋਂ ਗੱਲ ਕਰਵਾਉਣੀ ਹੈ, ਇਹ ਬੜੀ ਸ਼ਰਮਨਾਕ ਗੱਲ ਹੈ ਸਾਡੇ ਲਈ। ਇਹਦੇ ਵਿੱਚ ਤਬਦੀਲੀ ਹੋਣੀ ਚਾਹੀਦੀ ਹੈ। ਠੀਕ ਹੈ, ਮੈਂ ਕਾਲਕਾ ਜੀ ਦਾ ਰੁਖ ਕਰਨਾ ਹੈ। ਹਰਮੀਤ ਸਿੰਘ ਕਾਲਕਾ ਜੀ ਸਾਡੇ ਨਾਲ ਜੁੜੇ ਨੇ, ਡੀਐਸਜੀਐਮਸੀ ਦੇ ਪ੍ਰਧਾਨ। ਕਾਲਕਾ ਜੀ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ। ਅੱਜ ਚਰਚਾ ਜਥੇਦਾਰ ਸਾਹਿਬ ਨੂੰ ਬਦਲੇ ਜਾਣ ਦੇ ਉੱਤੇ ਅਸੀਂ ਕਰ ਰਹੇ ਹਾਂ, ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਜਦੋਂ ਮੇਰੇ ਪਰ ਪ੍ਰੈਸ਼ਰ ਹੋਏਗਾ ਮੈਂ ਉਹਦਾ ਛੱਡ ਦੇਵਾਂਗਾ। ਜਦੋਂ ਮੈਨੂੰ ਪ੍ਰੈਸ਼ਰ ਫੀਲ ਹੋਇਆ, ਮੈਨੂੰ ਦਬਾਅ ਮਹਿਸੂਸ ਹੋਇਆ, ਮੈਂ ਛੱਡ ਦਿੱਤਾ। ਇਹ ਦਬਾਅ ਤੋਂ ਭਾਵ ਕੀ ਕੱਢਿਆ ਜਾਵੇ? ਸੰਗਤ ਜਾਣਨਾ ਚਾਹੁੰਦੀ ਹੈ ਕਿ ਜਥੇਦਾਰ ਦੇ ਅਹੁਦੇ ਉੱਤੇ ਕੋਈ ਹੋਵੇ ਤੇ ਉਸ ਦੇ ਉੱਤੇ ਵੀ ਕੋਈ ਪ੍ਰੈਸ਼ਰ ਹੋਏਗਾ, ਤੇ ਅਜਿਹਾ ਪ੍ਰੈਸ਼ਰ ਜਿਸ ਦੀ ਵਜ੍ਹਾ ਨਾਲ ਉਹਨਾਂ ਨੂੰ ਆਪਣਾ ਅਹੁਦਾ ਛੱਡਣਾ ਪੈ ਜਾਵੇ। ਤੁਸੀਂ ਕੀ ਸਮਝਦੇ ਹੋ, ਕਿ ਕਿਸ ਨਜ਼ਰ ਨਾਲ ਦੇਖਦੇ ਹੋ ਇਸ ਪੂਰੇ ਬਿਆਨ ਨੂੰ? ਦੇਖੋ, ਅਸਲ ਮੈਨੇ ਦਾ ਜਿਹੜਾ ਦਬਾਅ ਹੈਗਾ ਉਹ ਤੇ ਜਥੇਦਾਰ ਸਾਹਿਬ ਹੀ ਦੱਸ ਸਕਦੇ ਨੇ। ਬਿਲਕੁਲ, ਮਗਰ ਇਹ ਗੱਲ ਤੇ ਜੱਗ ਜ਼ਾਹਿਰ ਹੈ ਕਿ ਜਿਹੜਾ ਵੀ ਜਥੇਦਾਰ ਅਕਾਲ ਤਖਤ ਲਾਇਆ ਜਾਂਦਾ ਹੈ ਉਹ ਐਸਜੀਪੀਸੀ ਦੇ ਪ੍ਰਧਾਨ ਦੇ ਰਾਹੀਂ ਜਿਹੜੀ ਐਸਜੀਪੀਸੀ ਨੂੰ ਕੰਟਰੋਲ ਕਰ ਰਹੀ ਹੈ ਜਥੇਬੰਦੀ, ਉਹਦੇ ਥਰੂ ਉਹਦੇ ਦਬਾਅ ਥੱਲੇ ਰਹਿੰਦੇ ਹੀ ਰਹਿੰਦੇ ਨੇ। ਔਰ ਇਹ ਅੱਜ ਨਹੀਂ ਹੈ, ਪਿਛਲੇ ਕਈ ਸਾਲਾਂ ਤੋਂ ਤੁਸੀਂ ਰਵਾਇਤ ਦੇਖਦੇ ਆ ਰਹੇ ਹੋ ਕਿ ਜਿਹੜੇ ਵੀ ਪੰਥ ਦੇ ਵਿਰੁੱਧ ਫੈਸਲੇ ਲਏ ਗਏ ਨੇ, ਜਿਹਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਮਗਰ ਅਕਾਲ ਤਖਤ ਵੱਲੋਂ ਉਹਨੂੰ ਮੋਹਰ ਲਾ ਦਿੱਤੀ ਗਈ ਹੈ। ਇਹੋ ਜੀ ਕਈ ਗੱਲ ਮੇਰੇ ਹੁਣੇ ਵੀਰ ਜੀ ਗੱਲ ਕਰ ਰਹੇ ਸੀ ਜਦ, ਤੇ ਡੇਰਾ ਮੁਖੀ ਦੀ ਵੀ ਗੱਲ ਉਹਨਾਂ ਨੇ ਕੀਤੀ ਔਰ ਡੇਰੇ ਨੂੰ ਮੁਖੀ ਨੂੰ ਮਾਫ ਕਰਨ ਦੀ ਗੱਲ ਵੀ ਜਿਹੜੀ ਹੋਈ ਹੈ, ਇਹ ਵੀ ਜਥੇਦਾਰ ਨੂੰ ਵਰਤ ਕੇ ਹੋਈ ਹੈ। ਤੋ ਇਹ ਗੱਲ ਸਭ ਨੂੰ ਜੱਗ ਜ਼ਾਹਿਰ ਹੈ ਕਿ ਜਿਹੜਾ ਦਬਾਅ ਅੱਜ ਜਥੇਦਾਰ ਸਾਹਿਬ ਨੇ ਕਿਹਾ, ਇਹ ਦਬਾਅ ਕਿੱਥੋਂ ਪੈਂਦਾ ਹੈ ਔਰ ਕਿਉਂ ਪੈਂਦਾ। ਔਰ ਹੁਣ ਜਿਹੜਾ ਦਬਾਅ ਹੈ, ਮੈਂ ਸਮਝਦਾ ਕਿ ਇਹਦਾ ਲਿੰਕ ਸਿੱਧਾ ਕੋਈ ਅੰਮ੍ਰਿਤਸਰ ਤੋਂ ਨਹੀਂ ਹੈ, ਸਿੱਧਾ ਬਰਗਾੜੇ ਜਾ ਕੇ ਰੁਕਦਾ। ਸੋ ਇਹਦੇ ਬਾਰੇ ਤੇ ਖੁਲਾਸਾ ਜਥੇਦਾਰ ਸਾਹਿਬ ਕਰ ਸਕਦੇ ਨੇ, ਮਗਰ ਸਾਰੇ ਦੁਨੀਆ ਨੂੰ ਪਤਾ ਹੈ ਕਿ ਇਹ ਕਿਹੜਾ ਦਬਾਅ ਸੀ ਔਰ ਇਹ ਦਬਾਅ ਦੇ ਅਧੀਨ ਉਹਨਾਂ ਨੇ ਉਹਨਾਂ ਦੀਆਂ ਸ਼ਰਤਾਂ ਨਹੀਂ ਮਨਜ਼ੂਰ ਹੋ ਰਹੀਆਂ ਸੀ ਤੇ ਅੱਜ ਜਥੇਦਾਰ ਨੂੰ ਉਤਾਰਤਾ ਗਿਆ। ਨਹੀਂ, ਜੇ ਤੁਸੀਂ ਖੁੱਲ ਕੇ ਗੱਲ ਕਰ ਸਕੋ ਜੀ ਕਿ ਆਖਿਰ ਕਿਹੜਾ ਦਬਾਅ ਸੀ। ਹੋ ਸਕਦਾ ਲੋਕਾਂ ਦੇ ਜ਼ਿਹਨ ਦੇ ਵਿੱਚ ਹੋਵੇ ਪਰ ਗੱਲ ਕਈ ਵਾਰ ਜ਼ੁਬਾਨ ਤੇ ਨਹੀਂ ਆਉਂਦੀ। ਮੈਂ ਸਮਝਦਾ ਮੇਰੇ ਚੰਦ ਲਫ਼ਜ਼ਾਂ ਨਾਲ ਸਾਰੀ ਦੁਨੀਆ ਨੂੰ ਖੁਲਾਸਾ ਹੋ ਰਿਹਾ ਕਿ ਮੈਂ ਕੀ ਗੱਲ ਕਰ ਰਿਹਾ। ਬਾਕੀ ਜਥੇਦਾਰ ਸਾਹਿਬ ਇਹ ਦਬਾਅ ਦੱਸਣ ਤੇ ਜ਼ਿਆਦਾ ਅੱਛਾ ਰਹੇਗਾ, ਮਗਰ ਇਹ ਗੱਲ ਤੇ ਸਾਫ਼ ਹੈ ਕਿ ਸ਼੍ਰੋਮਣੀ ਕਮੇਟੀ ਜਿਸ ਤਰੀਕੇ ਦੇ ਨਾਲ ਅੱਜ ਅਕਾਲ ਤਖਤ ਨੂੰ ਵਰਤਦੀ ਹੈ, ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਪਾਰਟੀ ਦਾ ਸਪੋਕਸਪਰਸਨ ਬਣਾਤਾ ਗਿਆ
ਔਰ ਉਹਨਾਂ ਦੇ ਥਰੂ ਉਹਨਾਂ ਦੇ ਕਢਵਾਉਣ ਦੀਆਂ ਗੱਲਾਂ ਕਰਦੇ ਨੇ ਜਿਹੜੀਆਂ ਪਾਰਟੀ ਨੂੰ ਚਾਹੀਦੀਆਂ ਨੇ। ਮੈਂ ਸਮਝਦਾ ਕਿ ਇਹ ਜਿਹੜੀ ਰਾਜਨੀਤਿਕ ਪਾਰਟੀ ਹੈ, ਅੱਜ ਦੇਖੋ ਜਿਹੜੀ ਰਵਾਇਤਾਂ ਸਿੱਖ ਪਰੰਪਰਾ ਦੀਆਂ ਉਹਦੀਆਂ ਧੱਜੀਆਂ ਉਡਾਤੀਆਂ ਗਈਆਂ। ਅੱਜ ਰਾਜਨੀਤੀ ਨੂੰ ਹਾਵੀ ਕਰਤਾ ਗਿਆ ਔਰ ਧਰਮ ਨੂੰ ਥੱਲੇ ਕਰਤਾ। ਇੱਕ ਅਕਾਲ ਤਖਤ ਦਾ ਜਥੇਦਾਰ ਦਰਬਾਰ ਸਾਹਿਬ ਦਾ ਕਾਰਜਕਾਰੀ ਹੈਡ ਗ੍ਰੰਥੀ ਹੋ ਸਕਦਾ? ਇਹ ਅੱਜ ਤੱਕ ਨਹੀਂ ਹੋਇਆ। ਇਹ ਨਵੀਆਂ ਰਵਾਇਤਾਂ ਸ਼ੁਰੂ ਕਰਤੀਆਂ ਪੰਥ ਦੀਆਂ ਪਾਰਟੀਆਂ ਆਪਣੇ ਆਪ ਨੂੰ ਕਹਿਣ ਵਾਲੀਆਂ ਨੂੰ। ਸੋ ਇਹਦੇ 'ਚ ਬਹੁਤ ਵੱਡੀ ਤਬਦੀਲੀ ਹੈ। ਔਰ ਮੈਂ ਤੁਹਾਡੀ ਜਾਣਕਾਰੀ ਲਈ ਤੁਹਾਡੇ ਸਰੋਤਿਆਂ ਨੂੰ ਵੀ ਦੱਸ ਸਕਦਾ ਕਿ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਹਿਮ ਫੈਸਲਾ ਵੀ ਇਹ ਲਿਆ ਕਿ ਅਸੀਂ ਇਹਦੇ ਉੱਤੇ ਪੰਥ ਦੇ ਬੁੱਧੀਜੀਵੀਆਂ ਨੂੰ ਔਰ ਪੰਥ ਦਰਦੀਆਂ ਦੀਆਂ ਇੱਕ ਬਹੁਤ ਜਲਦੀ ਮੀਟਿੰਗ ਬੁਲਾ ਕੇ ਇਹਦੀ ਜਿਹੜੀ ਵਿਧੀ ਵਿਧਾਨ ਹੈ ਅਕਾਲ ਤਖਤ ਦੇ ਜਥੇਦਾਰ ਨੂੰ ਚੁਣਨ ਦੀ ਉਹਦੀ ਪ੍ਰਕਿਰਿਆ ਕੀ ਹੋਣੀ ਚਾਹੀਦੀ ਹੈ, ਕਿਉਂਕਿ ਇਹ ਸਭ ਦੇ ਉੱਤੇ ਇੱਕ ਰੂਪ ਰੇਖਾ ਬਣਵਾਵਾਂਗੇ ਔਰ ਇਹਨੂੰ ਪੂਰੇ ਪੰਥ ਕੋਲੋਂ ਲਾਗੂ ਵੀ ਕਰਵਾਵਾਂਗੇ। ਪੀਰ ਮੁਹੰਮਦ ਸਾਹਿਬ ਇਹ ਕਾਲਕਾ ਸਾਹਿਬ ਦੇਖੋ ਉਹ ਨਾਮ ਨਹੀਂ ਲੈ ਰਹੇ, ਪਰ ਦੇਖੋ ਇਲਜ਼ਾਮ ਤਾਂ ਐਸਜੀਪੀਸੀ ਦੇ ਉੱਤੇ ਇੱਕ ਪਰਿਵਾਰ ਦੇ ਉੱਤੇ ਲੱਗਦੇ ਰਹਿੰਦੇ। ਸੁਣੋ, ਚਲੋ ਕਾਲਕਾ ਸਾਹਿਬ ਨੂੰ ਵੀ ਇੱਕ ਆਦੇਸ਼ ਸਿੰਘ ਸਾਹਿਬ ਜੀ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਸੀ। ਉਹ ਪਹਿਲਵਾਨ ਸਨ ਨਾ, ਉੱਥੇ ਹੜਤਾਲ ਤੇ ਬੈਠੇ ਸਨ ਜੰਤਰ ਮੰਤਰ ਤੇ ਉਹਨਾਂ ਨੂੰ ਸਿੰਘ ਸਾਹਿਬ ਜੀ ਨੇ ਕਿਹਾ ਕਿ ਇਹਨਾਂ ਨੂੰ ਲੰਗਰ ਜਿਹੜਾ ਹੈ ਉਹ ਤੁਸੀਂ ਦਿਓ। ਇੱਥੋਂ ਜਿਵੇਂ ਪਹਿਲਾਂ ਹਮੇਸ਼ਾ ਰਿਹਾ ਹੈ ਕਿ ਜਦੋਂ ਵੀ ਜੰਤਰ ਮੰਤਰ ਤੇ ਕੋਈ ਇਸ ਤਰ੍ਹਾਂ ਦੀ ਬੇਇਨਸਾਫੀ ਦੇ ਵਿਰੁੱਧ ਆਵਾਜ਼ ਉੱਠਦੀ ਹੈ ਤਾਂ ਉੱਥੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਾਰਾ ਪ੍ਰਬੰਧ ਕਰਦੀ ਹੈ। ਤੇ ਸਿੰਘ ਸਾਹਿਬ ਜੀ ਨੇ ਬਕਾਇਦਾ ਇਤਰਾਜ਼ ਜਾਰੀ ਕੀਤਾ ਸੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕਿ ਤੁਸੀਂ ਕਿਹੜੇ ਗੱਲ ਦਾ ਰੁਖ ਕਿਤੇ ਹੋਰ ਨਾ ਲੈ ਕੇ ਜਾਓ। ਪਹਿਲੀ ਗੱਲ ਤੇ ਇੱਕ ਬੰਦਾ ਉਸ ਪਹਿਲਵਾਨਾਂ ਦੇ ਉਹਦੇ ਚੋਂ ਆ ਕੇ ਕਹਿ ਦੇਵੇ ਕਿ ਦਿੱਲੀ ਕਮੇਟੀ ਕੋਲੋਂ ਲੰਗਰ ਮੰਗਿਆ ਔਰ ਦਿੱਲੀ ਕਮੇਟੀ ਨੇ ਲੰਗਰ ਸਿੰਘ ਸਾਹਿਬ ਜੀ ਦਾ ਬਿਆਨ ਹੈ, ਸਿੰਘ ਸਾਹਿਬ ਜੀ ਨੇ ਬਿਆਨ ਦਿੱਤਾ। ਇਹ ਬਿਲਕੁਲ ਝੂਠ ਗੱਲ ਹੈ ਔਰ ਜਿਨ ਲੋਕਾਂ ਨੇ ਪਹੁੰਚਾਈ ਹੈ, ਕਿਉਂਕਿ ਅੱਜ ਜਿਹੜੇ ਬੰਦੇ ਪਿਛਲੇ ਕਈ 25 ਸਾਲਾਂ ਤੋਂ 30 ਸਾਲਾਂ ਤੋਂ ਤੁਹਾਨੂੰ ਜਿਹੜੀਆਂ ਇਸ ਪਾਰਟੀ ਨੂੰ ਗਾਲਾਂ ਕੱਢਦੇ ਰਹੇ ਨੇ, ਅੱਜ ਤੁਹਾਡੇ ਨਾਲ ਨੇ, ਇਸ ਕਰਕੇ ਜੋ ਮਰਜ਼ੀ ਝੂਠ ਬੋਲਣ। ਮਗਰ ਪਹਿਲਵਾਨਾਂ ਦੇ ਵਿੱਚੋਂ ਇੱਕ ਬੰਦਾ ਖੜੇ ਹੋ ਕੇ ਕਹਿ ਦੇਵੇ ਕਿ ਦਿੱਲੀ ਕਮੇਟੀ ਕੋਲੋਂ ਲੰਗਰ ਮੰਗਿਆ ਹੋਏ ਤੇ ਦਿੱਲੀ ਕਮੇਟੀ ਨੇ ਲੰਗਰ ਦੇਣ ਨੂੰ ਮਨਾ ਕਰਤਾ ਹੋਏ। ਲੰਗਰ ਗੁਰੂ ਦਾ ਹੈ ਔਰ ਗੁਰੂ ਮਹਾਰਾਜ ਦੀ ਗੁਰੂ ਪੰਥ ਦੀ ਰਵਾਇਤ ਹੈ ਕਿ ਜਿਹੜਾ ਵੀ ਗੁਰੂ ਘਰ ਚ ਆਏਗਾ ਉਹਨੂੰ ਲੰਗਰ ਮਿਲੇਗਾ। ਔਰ ਜਿੱਥੇ ਲੋੜ ਪੈਂਦੀ ਹੈ, ਅਸੀਂ ਡੇਢ ਸਵਾ ਸਾਲ ਪੂਰੇ ਕਿਸਾਨ ਮੋਰਚੇ ਦੇ ਵਿੱਚ ਲੰਗਰ ਲਾਏ ਨੇ। ਅਸੀਂ ਹਰ ਉਸ ਲੋਕਾਂ ਦੇ ਵਿੱਚ ਕੋਵਿਡ ਦੇ ਵਿੱਚ ਜਾ ਕੇ 2 ਲੱਖ ਪ੍ਰਾਣੀਆਂ ਨੂੰ ਰੋਜ਼ ਲੰਗਰ ਛਕਾਇਆ ਤੇ ਅਸੀਂ ਆਪਣੇ ਪਹਿਲਵਾਨਾਂ ਨੂੰ ਕਿਉਂ ਨਹੀਂ ਦੇਵਾਂਗੇ? ਸਾਡੇ ਕੋਲ ਕੋਈ ਆਇਆ ਨਹੀਂ ਲੈਣ ਵਾਸਤੇ ਔਰ ਉਹਨਾਂ ਕੋਲੋਂ ਜਦ ਪੁੱਛੇ ਗਿਆ ਉੱਥੇ ਜਾਣ ਕੇ ਤੇ ਉਹਨਾਂ ਨੇ ਕਿਹਾ ਕਿਉਂਕਿ ਤੁਹਾਨੂੰ ਅਸਲੀਅਤ ਪਤਾ ਹੀ ਨਹੀਂ ਹੈ। ਇੱਥੇ ਜਦ ਪਹਿਲੇ ਦਿਨ ਪਹਿਲਵਾਨ ਆਏ ਨੇ 20-25 ਪਹਿਲਵਾਨ ਤੋਂ ਉੱਪਰ ਜ਼ਿਆਦਾ ਰੁਕੀ ਨਹੀਂ। ਆਪਾਂ ਟੌਪਿਕ ਤੇ ਰਹੀਏ ਕਾਲਕਾ ਜੀ। ਹਾਂ, ਤੇ ਮੈਂ ਵੀ ਇਹੀ ਚਾਹੁੰਦਾ ਸੀ ਕਿ ਟੌਪਿਕ ਮੈਂ ਉਹੀ ਰਿਕੁਐਸਟ ਕਰ ਰਿਹਾ ਕਿ ਟੌਪਿਕ ਦੇ ਉੱਤੇ ਰਹੀਏ। ਅੱਜ ਜਿਹੜਾ ਜਥੇਦਾਰ ਸਾਹਿਬ ਨੇ ਕਿਹਾ ਹੈ ਕਿ ਮੇਰੇ ਉੱਤੇ ਦਬਾਅ ਪਾਇਆ ਗਿਆ, ਉਹਦੀ ਉੱਤੇ ਗੱਲ ਕਰੀਏ। ਇਹ ਦਬਾਅ ਕਿਹੜਾ ਸੀ? ਇਹ ਪੀਰ ਮੁਹੰਮਦ ਸਾਹਿਬ ਨੂੰ ਜ਼ਿਆਦਾ ਅੱਛੀ ਤਰ੍ਹਾਂ ਦੱਸ ਸਕਦੇ ਨੇ ਕਿਉਂਕਿ ਬੜਾ ਸਮਾਂ ਇਹ ਵੀ ਓਪੋਜੀਸ਼ਨ 'ਚ ਰਹੇ ਨੇ ਉਹਨਾਂ ਲੋਕਾਂ ਦੀਆਂ ਔਰ ਪੰਥ ਦੀ ਗੱਲ ਕਰਦੇ ਰਹੇ ਨੇ। ਮੈਂ ਸਮਝਦਾ ਕਿ ਮੇਰੇ ਤੋਂ ਵੱਧ ਤੇ ਦਬਾਅ ਬਾਰੇ ਇਹ ਪੀਰ ਮੁਹੰਮਦ ਸਾਹਿਬ ਆਪ ਦੱਸ ਸਕਦੇ। ਠੀਕ ਹੈ, ਪੀਰ ਮੁਹੰਮਦ ਜੀ ਰਿਐਕਟ ਕਰੇ। ਉਸ ਤੋਂ ਪਹਿਲਾਂ ਨਿਆਮੀਆਂ ਸਾਹਿਬ ਕੁਝ ਕਹਿਣਾ ਚਾਹ ਰਹੇ। ਮੈਂ ਪੀਰ ਮੁਹੰਮਦ ਜੀ ਤੁਹਾਡੇ ਕੋਲ ਆਉਣਾ। ਨਿਆਮੀਆਂ ਸਾਹਿਬ ਕੁਝ ਕਹਿਣਾ ਚਾਹ ਰਹੇ। ਹਾਂ, ਕਰ ਲਓ ਗੱਲ ਜੀ, ਉਹਨਾਂ ਦੇ ਪੁੱਛ ਲਓ। ਇੱਕ ਗੱਲ ਕਰਨੀ ਹੈ ਕਿ ਇੱਕ ਸਾਡੀ ਅਹਿਮ ਸੰਸਥਾ ਜਿਹਦਾ ਜਥੇਦਾਰ ਦਾ ਹੁਕਮ ਸਾਰਾ ਪੰਥ ਮੰਨਦਾ, ਉਹ 5 ਸਾਲ ਕਾਰਜਕਾਰੀ ਚਲੇ ਜਾਵੇ, ਇਸ ਤੋਂ ਬੜਾ ਦਬਾਅ ਹੋਰ ਕੀ ਹੋਏਗਾ? ਮੈਨੂੰ ਇਹਦਾ ਅਜੇ ਤੱਕ ਉੱਤਰ ਨਹੀਂ ਮਿਲਿਆ। ਪੀਰ ਮੁਹੰਮਦ ਜੀ ਗੱਲ ਕਰ ਰਹੇ। ਦੇਖੋ ਨਿਆਮੀਆਂ ਜੀ, ਜਿਹੜਾ ਨਾ ਸਿੰਘ ਸਾਹਿਬ ਜੀ ਨੇ ਆਪਣੀ ਗੱਲ ਨੂੰ ਬਹੁਤ ਸਪਸ਼ਟ ਰੂਪ ਦੇ ਵਿੱਚ ਕਿਹਾ ਹੈ ਤੇ ਉਹਨਾਂ ਨੇ, ਮੈਂ ਤੁਹਾਨੂੰ ਇਹ ਦਾਅਵੇ ਨਾਲ ਇਹ ਗੱਲ ਕਹਿਣਾ, ਮੈਂ ਕੋਈ ਲੁਕਾ ਕੇ ਨਹੀਂ ਰੱਖ ਰਿਹਾ। ਸਿੰਘ ਸਾਹਿਬ ਜੀ ਆਪ ਉਹਨਾਂ ਦੀ ਇੱਛਾ ਸ਼ਕਤੀ ਸੀ ਕਿ ਮੈਂ ਜਥੇਦਾਰ ਸਾਹਿਬ ਦੇ ਅਹੁਦੇ ਤੋਂ ਸੇਵਾ ਮੁਕਤ ਹੋਣਾ ਚਾਹੁੰਦਾ। ਇਸ ਕਰਕੇ ਇਹਦੇ ਵਿੱਚ ਕੋਈ ਗੁੰਮਰਾਹ ਕੁਨ ਬਿਆਨ ਨਹੀਂ ਦਿੱਤਾ ਜਾ ਰਿਹਾ ਸਾਡੇ ਵੱਲੋਂ। ਇਹ ਬਿਲਕੁਲ ਸਪਸ਼ਟ ਹੈ ਤੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਪਬਲਿਕਲੀ ਜਿਹੜਾ ਬਿਆਨ ਦਿੱਤਾ ਹੈ, ਅੱਜ ਜਿਹੜਾ ਬਿਆਨ ਦਿੱਤਾ ਸਿੰਘ ਸਾਹਿਬ ਦਾ, ਉਹਨਾਂ ਨੂੰ ਕੀ ਤੁਸੀਂ ਸਮਝਦੇ ਹੋ ਜਿਹੜਾ ਉਹਨਾਂ ਨੇ ਕਿਹਾ ਮੈਂ ਦਬਾਅ ਵਾਲਾ? ਤੁਸੀਂ ਪਹਿਲੇ ਬਿਆਨ ਨਹੀਂ ਉਹਨਾਂ ਦੇਖੋ, ਮੇਰੀ ਗੱਲ ਸੁਣੋ, ਦਬਾਅ ਉਹਨਾਂ ਦਾ ਸੈਂਟਰ ਵੱਲੋਂ ਵੀ ਹੋ ਸਕਦਾ। ਸੈਂਟਰ ਤੁਹਾਡੀ ਦੇਖੋ ਜਿਹੜੀ ਸੈਂਟਰ ਸਰਕਾਰ, ਗੱਲ ਸੁਣੋ, ਸੈਂਟਰ ਸਰਕਾਰ ਜਿਹੜੀ ਹੈ, ਮੇਰੀ ਗੱਲ ਸੁਣੋ, ਸੈਂਟਰ ਸਰਕਾਰ ਜਿਹੜੀ ਪਹਿਲਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਆਪਣੇ ਅਧੀਨ ਕਰ ਲੈਂਦੀ ਹੈ, ਪ੍ਰਬੰਧਕ ਕਮੇਟੀ ਨੂੰ ਆਪਣੇ ਅੰਦਰ ਕਰ ਲੈਂਦੀ ਹੈ। ਜ਼ਿਆਦਾ ਚਿੰਤਾ ਵਾਲੀ ਗੱਲ ਹੈ ਕਿ ਜੇ ਸੈਂਟਰ ਦਾ ਦਬਾਅ ਸੀ ਔਰ ਜਥੇਦਾਰ ਸਾਹਿਬ ਆਪਣਾ ਅਹੁਦਾ ਛੱਡ ਗਏ, ਇਹ ਤਾਂ ਬਹੁਤ ਚਿੰਤਾ ਵਾਲੀ ਗੱਲ ਹੈ। ਫਿਰ ਕਿ ਮੈਂ ਉਹੀ ਗੱਲ ਕਹਿ ਸਕਦਾ, ਕਈ ਤਰ੍ਹਾਂ ਦੀਆਂ ਮਜਬੂਰੀਆਂ ਹੋ ਸਕਦੀਆਂ। ਕਰਦੇ ਹੋ ਸਰੋਤਿਆਂ ਨੂੰ ਪਤਾ ਚੱਲ ਜਾਏ ਕਿ ਕਿਹੜਾ ਦਬਾਅ ਦਿੱਲੀ ਕਮੇਟੀ ਨੇ ਕਿਸੇ ਸਰਕਾਰ ਦਾ ਮੰਨਿਆ। ਸਾਨੂੰ ਇੱਕ ਵੀ ਇਹੋ ਜਿਹੀ ਗੱਲ ਦੱਸ ਦਿਓ।
ਇਹ ਗੱਲਾਂ ਦੇਖੋ ਕਰਨੀਆਂ ਬੜੀਆਂ ਸੌਖੀਆਂ ਐਤਕੀ ਦੇਖੋ ਇਸ ਵਾਰ ਕਾਲਕਾ ਸਾਹਿਬ ਇਸ ਵਾਰ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸੁਣੋ ਗੱਲ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ 6 ਜੂਨ ਦਾ ਦਿਹਾੜਾ ਹੀ ਨਹੀਂ ਮਨਾਉਣ ਦਿੱਤਾ। ਦੇਖੋ ਕਿਤੇ ਵੀ ਕੋਈ ਪ੍ਰੋਗਰਾਮ ਹੋਇਆ ਹਰਿਆਣੇ ਦੇ ਵਿੱਚ। ਹੁਣ ਚਲੋ ਮੇਰੇ ਇੱਕ ਸਵਾਲ ਦਾ ਜਵਾਬ ਦੇ ਦਿਓ। ਮੈਂ ਦਿੱਲੀ ਕਮੇਟੀ ਦੀ ਗੱਲ ਕਰ ਰਿਹਾ। ਪੀਰ ਮੁਹੰਮਦ ਜੀ ਇੱਕ ਛੋਟਾ ਜਿਹਾ ਸਵਾਲ ਜਥੇਦਾਰ ਸਾਹਿਬ ਬਾਰੇ ਗੱਲ ਕਰਦੇ ਹਾਂ ਜੀ। ਪੀਰ ਮੁਹੰਮਦ ਜੀ ਇੱਕ ਛੋਟਾ ਜਿਹਾ ਸਵਾਲ, ਅਜਨਾਲਾ ਦੇ ਵਿੱਚ ਜੋ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਦੇ ਵੱਲੋਂ ਕੀਤਾ ਗਿਆ ਉਹ ਆਪਾਂ ਸਾਰਿਆਂ ਨੇ ਦੇਖਿਆ। ਉਸ ਤੋਂ ਬਾਅਦ ਇੱਕ ਕਮੇਟੀ ਬਣਾਈ ਗਈ ਸੀ ਕਿਉਂਕਿ ਉੱਥੇ ਪਾਲਕੀ ਸਾਹਿਬ ਲੈ ਕੇ ਪਹੁੰਚ ਗਏ ਸੀ। ਇੱਕ ਕਮੇਟੀ ਬਣਾਈ ਗਈ ਸੀ ਔਰ ਤੁਸੀਂ ਹੀ ਉਸ ਕਮੇਟੀ ਨੂੰ ਪੂਰਾ ਹੈਂਡਲ ਕਰ ਰਹੇ ਸੀ। ਬਿਲਕੁਲ ਰਿਪੋਰਟ ਵੀ ਪਹੁੰਚੀ, ਉਹ ਵੀ ਵਿਚਾਲੇ ਰਹਿ ਗਈ। ਦੇਖੋ ਕਾਲਕਾ ਸਾਹਿਬ ਮੇਰੀ ਗੱਲ ਸੁਣੋ, ਆ ਕਾਲਕਾ ਸਾਹਿਬ ਨਾਲ ਨੇ ਜੁੜੇ ਹੋਏ। ਉਸ ਕਮੇਟੀ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹਨਾਂ ਨੂੰ ਵੀ ਮੈਂਬਰ ਨਿਯੁਕਤ ਕੀਤਾ ਸੀ, ਪਰ ਇਹਨਾਂ ਨੇ ਨਾ ਮੀਟਿੰਗ ਦੇ ਵਿੱਚ ਆਏ, ਨਾ ਇਹਨਾਂ ਨੇ ਸਾਡੀ ਉਸ ਕਮੇਟੀ ਨੂੰ ਮਾਨਤਾ ਦਿੱਤੀ। ਤੁਸੀਂ ਮੈਨੂੰ ਦੱਸੋ ਕਿ ਇਹਨਾਂ ਦੇ ਉੱਤੇ ਕੀ ਦਬਾਅ ਸੀ? ਜੇ ਉਹਦੇ ਵਿੱਚ ਦਮਦਮੀ ਟਕਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੀਫ ਖਾਲਸਾ ਦੀਵਾਨ, ਹਾਲਾਂਕਿ ਉਹ ਆਮ ਆਦਮੀ ਪਾਰਟੀ ਦਾ ਨੁਮਾਇੰਦੇ ਵੀ ਸਨ, ਨਿੱਜਰ ਸਾਹਿਬ, ਭਾਵੇਂ ਕਿ ਉਹਨਾਂ ਨੂੰ ਬੜਾ ਵੱਡਾ ਉਹਨਾਂ ਨੂੰ ਵੀ ਜਿਹੜਾ ਉਹ ਆਪਣੇ ਮੁੱਲ ਤਾਰਨਾ ਪਿਆ ਹੈ, ਉਹ ਵੀ ਉਸ ਕਮੇਟੀ ਦੇ ਵਿੱਚ ਉਹਨਾਂ ਨੇ ਆਪਣਾ ਨੁਮਾਇੰਦਾ ਭੇਜਿਆ। ਪਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਜਿਹੜੀ ਸਿੰਘ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਅਜਨਾਲਾ ਕਮੇਟੀ, ਉਹਦੇ ਵਿੱਚ ਇਹਨਾਂ ਨੇ ਗੱਲ ਤਾਂ ਉਹੀ ਆ ਗਈ ਨਾ ਕਿ ਉਹਨਾਂ ਦੀ ਗੱਲ ਮੰਨੀ ਨਹੀਂ ਜਾ ਰਹੀ ਸੀ। ਜੇ ਉਹਨਾਂ ਨੇ ਕਮੇਟੀ ਬਣਾਈ ਸੀ, ਕਮੇਟੀ ਦੇ ਉੱਤੇ ਕਮੇਟੀ ਦੇ ਸਾਰੇ ਮੈਂਬਰਾਂ ਨੇ ਸਾਈਨ ਨਹੀਂ ਕੀਤੇ, ਉਹਨਾਂ ਨੂੰ ਵਾਪਸ ਕਰਨੀ ਪਈ। ਇਹਨਾਂ ਦੀ ਕੀ ਮਜਬੂਰੀ? ਕਿ ਗੱਲ ਤੁਸੀਂ ਦਿੱਲੀ ਕਮੇਟੀ ਤੇ ਲਿਆਂਦੇ ਹੋ, ਇਹ ਤੇ ਦੱਸੋ ਉਸ ਕਮੇਟੀ ਨੇ ਕੀਤਾ ਕੀ ਹੈ? ਜੇ ਅਸੀਂ ਤੁਹਾਡੇ ਕਮੇਟੀ ਨੇ ਬਿਲਕੁਲ ਕੀਤਾ। ਇਹ ਕਾਲਕਾ ਸਾਹਿਬ ਕਮੇਟੀ ਦੀਆਂ ਜਿਹੜੀ ਰਿਕਮੈਂਡੇਸ਼ਨ ਹੈ ਨਾ, ਉਹ 5 ਸਿੰਘ ਸਾਹਿਬਾਨਾਂ ਦੇ, ਮੇਰੀ ਗੱਲ ਸੁਣੋ, 5 ਸਿੰਘ ਸਾਹਿਬਾਨ ਹੁਣ ਜਦੋਂ ਮੀਟਿੰਗ ਕਰਨਗੇ ਨਾ, ਤੇ ਤੁਹਾਨੂੰ ਇਸ ਗੱਲ ਦਾ ਬਿਲਕੁਲ ਪਤਾ ਲੱਗ ਜਾਏਗਾ ਕਿ ਅਸੀਂ ਜਿਹੜੀ ਉਹ ਕਮੇਟੀ ਦੀ ਮੀਟਿੰਗ ਕੀਤੀ ਗਈ ਔਰ ਉਸ ਦੇ ਵਿੱਚ ਜਿਹੜੀ ਰਿਕਮੈਂਡੇਸ਼ਨ ਦਿੱਤੀ ਗਈ, ਉਹਦੇ ਨਾਲ ਸਿੱਖ ਕੌਮ ਜਿਹੜੀ ਹੈ ਉਹ ਵਾਕਿਆ ਹੀ ਮਹਿਸੂਸ ਕਰੇਗੀ ਕਿ ਜਿਹੜੀ ਕਮੇਟੀ ਬਣਾਈ ਗਈ ਸੀ ਉਹਨੇ ਵਾਕਿਆ ਹੀ ਪੰਥ ਦੀਆਂ ਭਾਵਨਾਵਾਂ ਅਨੁਸਾਰ ਸਹੀ ਫੈਸਲਾ ਕੀਤਾ, ਸਹੀ ਜਿਹੜੀਆਂ ਆਪਣੀਆਂ ਸਿਫਾਰਿਸ਼ਾਂ ਦਿੱਤੀਆਂ ਨੇ। ਠੀਕ ਹੈ ਨਿਆਮੀਆਂ ਸਾਹਿਬ, ਆਪਾਂ ਕਨਕਲੂਡ ਕਰਨ ਵਾਲੇ ਪਾਸੇ ਵਧੀਆ, ਮੈਂ ਸਭ ਦੀ ਇੱਕ ਸਟੇਟਮੈਂਟ ਲਵਾਂਗਾ। ਨਿਆਮੀਆਂ ਸਾਹਿਬ, ਇਹ ਦਬਾਅ ਵਾਲੀ ਗੱਲ ਨੂੰ ਇੱਥੇ ਹੀ ਆਪ ਤੁਹਾਨੂੰ ਲੱਗਦਾ ਕਿ ਇਸ ਨੂੰ ਹੋਰ ਕਲੀਅਰ ਹੋਣਾ ਚਾਹੀਦਾ ਹੈ? ਚਾਹੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਆ ਕੇ ਖੁਦ ਦੱਸਣ ਕਿ ਕਿਹੜਾ ਦਬਾਅ ਸੀ, ਉਹ ਸੈਂਟਰ ਦਾ ਸੀ, ਸਟੇਟ ਦਾ ਸੀ, ਜਾਂ ਫਿਰ ਕੋਈ ਹੋਰ ਜਥੇਬੰਦੀ ਦਾ ਸੀ? ਦੇਖੋ, ਸੈਂਟਰ ਦਾ ਦਬਾਅ ਤਾਂ ਹੋ ਨਹੀਂ ਸਕਦਾ ਜਥੇਦਾਰ ਸਾਹਿਬ ਤੇ, ਕਿਉਂਕਿ ਜਥੇਦਾਰ ਸਾਡੀ ਆਜ਼ਾਦ ਹਸਤੀ ਹੈ। ਉਹਨਾਂ ਤੇ ਦਬਾਅ ਉਹਨਾਂ ਦਾ ਹੀ ਹੋ ਸਕਦਾ ਜਿਨ੍ਹਾਂ ਨੇ ਉਹਨਾਂ ਨੂੰ ਨਿਯੁਕਤ ਕੀਤਾ ਹੁੰਦਾ, ਜਿਸ ਲਿਫਾਫੇ 'ਚ ਉਹਨਾਂ ਦਾ ਨਾਂ ਨਿਕਲਦਾ ਹੈ। ਠੀਕ ਹੈ, ਉਹ ਅੱਜ ਦੀ ਡੇਟ 'ਚ ਤੁਸੀਂ ਅਕਾਲੀ ਦਲ ਵਾਲੇ ਪਾਸੇ ਇਸ਼ਾਰਾ ਕਰ ਰਹੇ ਹੋ, ਜਾਂ ਮੈਂ ਸਿੱਧਾ ਕਹਾਂ ਕਿ ਤੁਸੀਂ ਬਾਦਲ ਪਰਿਵਾਰ ਵਾਲੇ ਪਾਸੇ ਇਸ਼ਾਰਾ ਕਰ ਰਹੇ ਹੋ? ਬਿਲਕੁਲ ਜੀ, ਮੈਂ ਖੁੱਲ ਕੇ ਕਹਿਣਾ, ਇਹ ਨਹੀਂ ਬੋਲਦੇ, ਇਹਨਾਂ ਦੀ ਮਜਬੂਰੀ ਹੈ। ਮੈਂ ਖੁੱਲ ਕੇ ਕਹਿਣਾ, ਇੱਕ ਪਰਿਵਾਰ ਦਾ ਦਬਾਅ ਹੈ ਤੇ ਹਮੇਸ਼ਾ ਰਿਹਾ। ਜਦੋਂ ਉਹਨਾਂ ਨੂੰ ਬੁਲਾਇਆ ਜਾਂਦਾ ਸੀ ਆਪਣੀ ਕੋਠੀਆਂ ਦੇ ਵਿੱਚ ਕਿ ਮਾਫੀ ਦਿਓ, ਫਿਰ ਮਾਫੀ ਨੂੰ ਜਸਟੀਫਾਈ ਕਰਨ ਵਾਸਤੇ 90 ਲੱਖ ਦੇ ਇਸ਼ਤਿਹਾਰ ਦਿਓ, ਤੇ ਫਿਰ ਦੁਬਾਰਾ ਉਲਟ ਪਾਸੇ ਚੱਲਣਾ, ਇਹ ਗੱਲਾਂ ਸਾਰੀਆਂ ਦਬਾਅ ਦੀਆਂ ਨਿਸ਼ਾਨੀ ਹੁੰਦੀਆਂ। ਇੱਕ ਬੰਦੇ ਨੂੰ ਅਸੀਂ ਪੱਕਾ ਨਹੀਂ ਕਰਦੇ, ਕਾਰਜਕਾਰੀ ਰੱਖਦੇ ਹਾਂ, 5 ਸਾਲ ਤੱਕ ਲਗਾਤਾਰ ਕਾਰਜਕਾਰੀ। ਔਰ ਕਿਹੜਾ ਬੰਦਾ ਹੁੰਦਾ ਐਡੇ ਵੱਡੇ ਅਹੁਦੇ ਤੇ ਬੈਠਾ ਕਹੇ ਮੈਂ ਸੇਵਾ ਮੁਕਤ ਹੋਣਾ, ਜਦੋਂ ਕਿ ਉਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਮੌਜੂਦ ਨੇ। ਇਹ ਗੱਲ ਦਬਾਅ ਦੀ ਗੱਲ, ਕੋਈ ਖੁੱਲ ਕੇ ਬੋਲੇ ਨਾ ਬੋਲੇ, ਮੈਂ ਖੁੱਲ ਕੇ ਬੋਲਦਾ। ਦਬਾਅ ਇਹੀ ਸੀ ਤੇ ਇਸੇ ਕਰਕੇ ਉਹਨਾਂ ਨੇ ਆਪਣਾ ਉਹਦਾ ਛੱਡਿਆ। ਠੀਕ ਹੈ, ਜਦੋਂ ਮੇਰੀ ਕੋਈ ਗੱਲ ਹੀ ਨਹੀਂ ਮੰਨਣੀ ਐਜ਼ ਏ ਜਥੇਦਾਰ, ਤਾਂ ਮੈਂ ਉੱਤੇ ਉਹਦੇ ਤੇ ਬੈਠ ਕੇ ਕੀ ਲੈਣਾ ਭਾਈ? ਤੁਸੀਂ ਆਪਣੀ ਮਰਜ਼ੀ ਕਰੋ, ਜਿਹੜਾ ਤੁਹਾਡੀ ਗੱਲ ਮੰਨਦਾ ਉਹਨੂੰ ਲਾ ਲਓ। ਕਾਲਕਾ ਜੀ, ਇਹੋ ਮੈਂ ਤੁਹਾਨੂੰ ਹੋਰ ਦੱਸਦਾ ਜੀ ਕਰ ਲਓ, ਕੰਪਲੀਟ ਕਰ ਲਓ। ਨਿਆਮੀਆਂ ਸਭ ਕੰਪਲੀਟ ਕਰ ਲਓ ਤੁਸੀਂ। ਨਿਆਮੀਆਂ ਜੀ ਕੰਪਲੀਟ ਕਰ ਲਓ, ਤੁਸੀਂ ਕੁਝ ਕਹਿ ਰਹੇ ਸੀ। ਮੈਂ ਇਹ ਕਹਿਣਾ ਵੀ ਇਹੋ ਹਾਲ ਜਿਹੜਾ ਜਥੇਦਾਰ, ਜਦੋਂ ਤੱਕ ਕੋਈ ਸ਼ਰਤਾਂ ਨਿਰਧਾਰਤ ਨਹੀਂ ਹੁੰਦੀਆਂ, ਜਿੰਨੇ ਵੀ ਜਥੇਦਾਰ ਲੱਗਣਗੇ ਉਹਨਾਂ ਨਾਲ ਵੀ ਇਹੋ ਹਾਲ ਹੋਣਾ ਜਿਹੜਾ ਹੁਣ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੋਇਆ। ਉਹਨਾਂ ਨੂੰ ਛੱਡਣਾ ਪਿਆ। ਆਉਣ ਵਾਲੇ ਕੁਝ 2-4 ਸਾਲਾਂ ਤੱਕ ਨਵਿਆਂ ਨੂੰ ਵੀ ਇਸੇ ਤਰ੍ਹਾਂ ਮਜਬੂਰ ਹੋ ਕੇ ਛੱਡਣਾ ਪਏਗਾ। ਠੀਕ ਹੈ, ਮੈਂ ਕਾਲਕਾ ਜੀ, ਦੋ ਚੀਜ਼ਾਂ ਨੇ, ਇੱਕ ਤਾਂ ਦਬਾਅ ਵਾਲਾ ਤੇ ਦੂਜਾ ਉਹਨਾਂ ਦੀ ਵਿਦਾਇਗੀ। ਤੁਹਾਨੂੰ ਲੱਗਦਾ ਹੈ ਕਿ ਜਥੇਦਾਰ ਸਾਹਿਬ ਇੰਨੇ ਵੱਡੇ ਅਹੁਦੇ ਉੱਤੇ ਹੋਣ ਤੇ ਉਹਨਾਂ ਦੀ ਵਿਦਾਇਗੀ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਸੀ ਉਸ ਤਰੀਕੇ ਨਾਲ ਹੋਈ, ਜਾਂ ਜਿਸ ਤਰੀਕੇ ਨਾਲ ਅਹੁਦੇ ਤੋਂ ਉਹਨਾਂ ਨੂੰ ਹਟਾਇਆ ਜਾਣਾ ਚਾਹੀਦਾ ਸੀ ਜਾਂ ਹਟੇ ਸੀ, ਉਸ ਤਰੀਕੇ ਨਾਲ ਸਭ ਕੁਝ ਪ੍ਰੋਸੈਸ ਬਿਲਕੁਲ ਠੀਕ ਸੀ? ਨਹੀਂ, ਬਿਲਕੁਲ ਗਲਤ ਹੈ ਜੀ, ਇਹ ਰਵਾਇਤੀ ਗਲਤ ਹੈ। ਜਥੇਦਾਰ ਲਗਾਉਣ ਦੀ ਵੀ ਰਵਾਇਤ ਗਲਤ ਹੈ ਤੇ ਉਤਾਰਨ ਦੀ ਵੀ। ਕੌਮ ਦਾ ਸਿਰਮੌਰ ਹਸਤੀ ਹੋਵੇ ਔਰ ਉਹਨੂੰ ਇੱਕ ਸਰੋਪਾ ਤੱਕ ਨਾ ਪੰਥ ਵੱਲੋਂ ਪਾਇਆ ਜਾਏ। ਇਹ ਦਿੱਲੀ ਕਮੇਟੀ ਨੇ ਅੱਜ ਉੱਥੋਂ ਸਰੋਪਾ ਭੇਜਿਆ ਭਾਈ ਰਣਜੀਤ ਸਿੰਘ ਜੀ ਦੇ ਹੱਥ,
ਔਰ ਉਸ ਤੋਂ ਬਾਅਦ ਉੱਥੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਮੈਂ ਸਮਝਦਾ ਕਿ ਪਹਿਲੇ ਅਗਰ ਤੁਸੀਂ ਉਤਾਰਿਆ ਸੀ ਆਊਟਗੋਇੰਗ ਜਥੇਦਾਰ ਨੂੰ ਪਹਿਲੇ ਸਤਿਕਾਰ ਵਜੋਂ ਹਟਾਉਣਾ ਚਾਹੀਦਾ ਤੇ ਫਿਰ ਦੂਜੇ ਨੂੰ ਨਾਲ ਲਗਾਉਣਾ ਚਾਹੀਦਾ। ਇਹੋ ਜੀ ਕੋਈ ਅਸੀਂ ਇਹੀ ਤੇ ਕਹਿ ਰਹੇ ਹਾਂ, ਕੋਈ ਵਿਧੀ ਵਿਧਾਨ ਹੀ ਨਹੀਂ ਹੈ। ਕੋਈ ਅੱਜ ਜਿਹਦਾ ਜੋ ਦਿਲ ਕਰਦਾ ਹੈ, 4 ਬੰਦੇ ਜਿਹੜੇ ਹਾਵੀ ਹੋ ਰੱਖੇ ਨੇ ਇਸ ਵਕਤ ਪਾਰਟੀ ਦੇ ਉੱਤੇ, ਉਸ ਪਾਰਟੀ ਨੂੰ ਡਾਇਰੈਕਟ ਕਰਦੇ ਨੇ ਔਰ ਉਹ ਪਾਰਟੀ ਜਾ ਕੇ ਉੱਥੇ ਐਸਜੀਪੀਸੀ ਨੂੰ ਕੰਟਰੋਲ ਕਰਦੀ ਪਈ ਹੈ ਔਰ ਕੰਟਰੋਲ ਕਰਕੇ ਇਹ ਫੈਸਲੇ ਲਈ ਜਾ ਰਹੇ ਨੇ। ਇਸ ਕਰਕੇ ਪੂਰੇ ਪੰਥ ਦੇ ਵਿੱਚ ਨਮੋਸ਼ੀ ਹੈ ਔਰ ਅੱਜ ਜਥੇਦਾਰ ਸਾਹਿਬ ਦੇ ਬਿਆਨ ਨੇ ਤੇ ਹੋਰ ਲੋਕਾਂ ਦੇ ਦਿਲ ਬਨੂੰਦ ਰਹੇ ਨੇ ਕਿ ਐਸਾ ਦਬਾਅ ਕਿਹੜਾ ਪਿਆ। ਔਰ ਜਿਹੜੀ ਮੈਂ ਗੱਲ ਕੀਤੀ ਹੈ ਕਿ ਇਹ ਬਰਗਾੜੀ ਨਾਲ ਤਾਰਾਂ ਜੁੜਦੀਆਂ ਨੇ ਇਸ ਦਬਾਅ ਦੀਆਂ, ਤੇ ਤੁਸੀਂ ਦੇਖ ਲੈਣਾ ਆਉਣ ਵਾਲੇ ਸਮੇਂ ਤੁਹਾਡੇ ਸਾਹਮਣੇ ਹੋ ਜਾਏਗਾ। ਪੀਰ ਮੁਹੰਮਦ ਸਾਹਿਬ, ਤੁਹਾਡੀ ਫਾਈਨਲ ਸਟੇਟਮੈਂਟ। ਦੇਖੋ ਘੁੰਮ ਫਿਰ ਕੇ ਗੱਲ ਉੱਥੇ ਆ ਰਹੀ ਹੈ ਕਿ ਦਬਾਅ ਐਸਜੀਪੀਸੀ ਤੇ ਦੂਜੇ ਪਾਸੇ ਅਕਾਲੀ ਦਲ ਦਾ, ਜਾਂ ਮੈਂ ਸਿੱਧਾ ਕਹਾਂ ਕਿ ਬਾਦਲ ਪਰਿਵਾਰ ਦਾ। ਤੇ ਦੂਜੀ ਗੱਲ ਇਹ ਵੀ ਕਿ ਬਹੁਤ ਵੱਡੇ ਅਹੁਦੇ ਤੋਂ ਜੇਕਰ ਕੋਈ ਹਟਾਇਆ ਜਾਂਦਾ ਹੈ ਜਾਂ ਅਹੁਦਾ ਉਹਨਾਂ ਦੇ ਵੱਲੋਂ ਛੱਡਿਆ ਜਾਂਦਾ ਹੈ ਤਾਂ ਇੱਕ ਬਹੁਤ ਅਹਿਮ ਹੁੰਦਾ ਹੈ ਕਿ ਉਹਨੂੰ ਵਿਦਾਇਗੀ ਕਿਸ ਤਰੀਕੇ ਨਾਲ ਦਿੱਤੀ ਜਾ ਰਹੀ ਹੈ। ਵਿਦਾਇਗੀ ਨੂੰ ਲੈ ਕੇ ਵੀ ਬਹੁਤ ਇਤਰਾਜ਼ ਹੈ ਕਿ ਕਿਸ ਤਰੀਕੇ ਨਾਲ ਵਿਦਾਇਗੀ ਦਿੱਤੀ ਹੈ। ਨਹੀਂ, ਦੇਖੋ ਇੱਕ ਸਿੱਖ ਹੋਣ ਦੇ ਨਾਤੇ ਮੈਂ ਮਹਿਸੂਸ ਕਰਦਾ ਕਿ ਵਾਕਿਆ ਹੀ ਜਿਹੜੀ ਇੱਕ ਵਿਧੀ ਵਿਧਾਨ ਜਿਹੜਾ ਉਹ ਮੈਂ ਬਹੁਤ ਸਾਰੇ ਸਿੰਘ ਸਾਹਿਬਾਨਾਂ ਦੇ ਨਾਲ ਆਪਣੀ ਜਿੰਨੀਆਂ ਕੋ ਸੇਵਾਵਾਂ ਦੇ ਸਕਦਾ ਸੀ ਦੇਣ ਦੀ ਕੋਸ਼ਿਸ਼ ਕੀਤੀ ਪਹਿਲਾਂ ਵੀ, ਤੇ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ ਵੇਲੇ ਤੋਂ ਲੈ ਕੇ ਇਹ ਗੱਲ ਚੱਲਦੀ ਰਹੀ ਹੈ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਸਾਰੇ ਸਰਦਾਰ ਸਾਹਿਬ, ਕਾਲਕਾ ਸਾਹਿਬ, ਬੀਬੀ ਜਗੀਰ ਕੌਰ ਜੀ, ਜਿਹੜੇ ਅੱਜ ਅਲੱਗ-ਅਲੱਗ ਬਿਆਨ ਦੇ ਰਹੇ ਨੇ, ਇਹ ਸਾਰੇ ਵਿੱਚ ਰਹੇ ਨੇ ਪਾਰਟੀ ਦੇ ਵਿੱਚ। ਇਹ ਜਦੋਂ ਅਸੀਂ ਕੋਈ ਗੱਲ ਕਰਦੇ ਸੀ ਤੇ ਕਹਿੰਦੇ ਸੀ ਕਿ ਪਾਰਟੀ ਦਾ ਹਿੱਸਾ ਬਣ ਕੇ ਗੱਲ ਕਰੋ, ਫਿਰ ਗੱਲ ਦਾ ਫਾਇਦਾ। ਤੇ ਅੱਜ ਇਹਨਾਂ ਨੂੰ ਉਹ ਸਾਰੀਆਂ ਗੱਲਾਂ ਪਾਰਟੀ ਦਾ ਹਿੱਸਾ ਬਣ ਕੇ ਕਰਨੀਆਂ ਚਾਹੀਦੀਆਂ। ਮੈਂ ਇੱਕ ਫਾਈਨਲ ਕਮੈਂਟ ਤੁਹਾਡੇ ਤੋਂ ਲੈ ਰਿਹਾ, ਤੁਹਾਨੂੰ ਲੱਗਦਾ ਕਿ ਦਬਾਅ ਕਿਸ ਦਾ ਸੀ? ਇਹ ਗੱਲ ਖੁੱਲਣੀ ਚਾਹੀਦੀ ਹੈ ਕਿ ਘੱਟੋ ਘੱਟ ਭੋਗਤਾ ਕਰੋ ਨਾ, ਕਿ ਪੰਥ ਭੋਗ ਕਰ ਲਵੇ, ਕੌਮ ਤਾਂ ਜਾਣਨਾ ਚਾਹੁੰਦੀ ਹੋਏਗੀ ਕਿ ਆਖਿਰ ਦਬਾਅ ਸੀ ਕਿਹੜਾ, ਦੱਸ ਤਾਂ ਦਿਓ, ਪਤਾ ਤਾਂ ਲੱਗੇ ਕਿ ਦਬਾਅ ਜਥੇਦਾਰ ਸਾਹਿਬ ਦੇ ਉੱਤੇ ਦਬਾਅ। ਇਹਦਾ ਦਬਾਅ ਜਾਂ ਜਵਾਬ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੀ ਖੁੱਲ ਕੇ ਦੇ ਸਕਦੇ ਨੇ। ਉਹ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਾਹਿਬ ਨੇ। ਪਰ ਮੈਂ ਇੰਨੀ ਗੱਲ ਕਹਿਣਾ ਕਿ ਅਸੀਂ ਉਹਨਾਂ ਦਾ ਔਰ ਜਿੰਨੇ ਵੀ ਜਥੇਦਾਰ ਸਾਹਿਬਾਨ ਨੇ ਸਾਰਿਆਂ ਦਾ ਬੇਹੱਦ ਸਤਿਕਾਰ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਨਤਮਸਤਕ ਹੁੰਦਾ, ਜਿੰਨੀਆਂ ਵੀ ਪੰਥ ਦੀਆਂ ਸਰਮੌਰ ਸ਼ਖਸੀਅਤਾਂ ਨੇ, ਤੇ ਹਮੇਸ਼ਾ ਰਹੇਗਾ। ਇਸ ਕਰਕੇ ਇਹ ਜਿਹੜਾ ਇਹ ਵਾਦ ਵਿਵਾਦ ਦਾ ਵਿਸ਼ਾ ਨਹੀਂ ਬਣਨਾ ਚਾਹੀਦਾ। ਇਹ ਜਿਹੜੇ ਮਸਲੇ ਆ ਪੰਥ ਦੇ ਆ, ਔਰ ਪੰਥ ਦੇ ਮਸਲੇ ਜਿਹੜੇ ਉਹ ਆਪਣੇ ਬੈਠ ਕੇ ਵਿਚਾਰ ਕੇ ਸਿਰ ਜੋੜ ਕੇ ਇਹਦਾ ਹੱਲ ਨਿਕਲਣਾ ਚਾਹੀਦਾ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਪੀਰ ਮੁਹੰਮਦ ਜੀ। ਵਿਚਾਲੇ ਰੋਕ ਲਿਆ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਕਾਲਕਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਔਰ ਨਿਆਮੀਆਂ ਸਾਹਿਬ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਗੱਲ ਇਹ ਹੈ ਕਿ ਜਦੋਂ ਮਸਲਾ ਬਹੁਤ ਵੱਡਾ ਹੁੰਦਾ ਹੈ ਤਾਂ ਲਾਜ਼ਮੀ ਤੌਰ ਤੇ ਉਸ ਦੇ ਉੱਤੇ ਗੱਲ ਵੀ ਖੁੱਲ੍ਹ ਕੇ ਹੋਣੀ ਚਾਹੀਦੀ ਹੈ। ਜਥੇਦਾਰ ਸਾਹਿਬ ਦੇ ਅਹੁਦੇ ਉੱਤੇ ਰਹੇ ਹੋਣ ਤੇ ਮੌਜੂਦਾ ਸਮੇਂ 'ਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੋਣ ਤੇ ਉਹਨਾਂ ਦੇ ਵੱਲੋਂ ਕਿਹਾ ਜਾਵੇ ਕਿ ਦਬਾਅ ਆਇਆ ਤੇ ਮੈਂ ਛੱਡ ਦਿੱਤਾ, ਇਹ ਕੋਈ ਛੋਟੀ ਗੱਲ ਨਹੀਂ ਹੈ, ਕੋਈ ਛੋਟੀ ਸਟੇਟਮੈਂਟ ਨਹੀਂ ਹੈ। ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਆਖਿਰ ਕਿਉਂ ਦਬਾਅ ਮਹਿਸੂਸ ਕੀਤਾ, ਜਾਂ ਆਖਿਰ ਅਜਿਹਾ ਕਿਹੜਾ ਦਬਾਅ ਸੀ ਜਿਸ ਦੀ ਵਜ੍ਹਾ ਦੇ ਨਾਲ ਉਹ ਆਪਣਾ ਅਹੁਦਾ ਛੱਡਣ ਦੇ ਲਈ ਮਜਬੂਰ ਹੋ ਗਏ।